ਪਿਆਰੇ ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ 'ਚ ਹਾਜ਼ਰ ਹੁੰਨਾ। ਮੈਂ ਹਾਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ। ਜੇ ਤੁਸੀਂ ਮੇਰੀ YouTube ਦੇ ਉੱਤੇ ਵੀ ਮੇਰੇ ਚੈਨਲ ਦੇਖਣੇ ਹੋਣ, ਜਿਹੜੇ ਹੁਣ ਅਸੀਂ ਰਿਕਾਰਡ ਕਰ ਰਹੇ ਹਾਂ ਜਾਂ ਇਸ ਤੋਂ ਪਹਿਲਾਂ ਵੀ ਟੀਵੀ ਸ਼ੋਅ ਕੀਤੇ ਨੇ, ਜਿਹਦੇ ਵਿੱਚ ਬਹੁਤ ਸਾਰੇ ਆਈ ਡਾਕਟਰਸ ਨੇ, ਫੈਮਿਲੀ ਫਿਜ਼ੀਸ਼ੀਅਨ ਨੇ, ਹੋਰ ਵੀ ਸਪੈਸ਼ਲਿਸਟ ਨੇ, ਪੋਲੀਟੀਸ਼ੀਅਨਸ ਵੀ ਨੇ। ਸੋ ਜੇ ਤੁਸੀਂ ਉਹ ਚੈਨਲ ਵੀ ਦੇਖਣੇ ਹੋਣ ਤਾਂ ਕਿ ਤੁਹਾਨੂੰ ਬਿਲਕੁਲ ਫਾਇਦਾ ਹੋਏਗਾ। ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਹਾਰਟ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਅੱਖਾਂ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਦੰਦਾਂ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਗਲੇ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਬ੍ਰੇਨ ਦੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਆਥੈਂਟਿਕ ਡਾਕਟਰ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਨੇ। ਤੁਸੀਂ ਮੇਰੇ YouTube ਦੇ ਉੱਪਰ ਜਾ ਕੇ ਉਹ ਚੈਨਲ ਵੀ, ਉਹ ਪ੍ਰੋਗਰਾਮ ਵੀ ਦੇਖ ਸਕਦੇ ਹੋ। ਮੇਰੀ ਇੱਕ ਤੁਹਾਨੂੰ ਤਾਕੀਦ ਹੈ, ਬੇਨਤੀ ਹੈ ਕਿ ਜਦੋਂ ਵੀ ਤੁਸੀਂ YouTube ਤੇ ਜਾਣਾ, ਇੱਕ ਸਿੰਪਲ ਤਰੀਕਾ, ਤੁਸੀਂ ਮੇਰਾ ਨਾਮ ਪਾ ਲਓ, ਜਿਹੜਾ ਕਿ ਸਕਰੀਨ ਤੇ ਵੀ ਤੁਹਾਨੂੰ ਦਿਸ ਰਿਹਾ ਹੈ, ਡਾਕਟਰ ਨਰਿੰਦਰ ਰਵੀ ਗੋਇਲ। ਇਹ ਜਦੋਂ ਪਾਓਗੇ ਤਾਂ ਮੇਰਾ YouTube ਖੁੱਲ ਜਾਏਗਾ, ਤੁਸੀਂ ਸਾਰੇ ਚੈਨਲ ਦੇਖ ਸਕਦੇ ਹੋ। ਨਹੀਂ, ਫੇਸਬੁੱਕ ਤੇ ਤਾਂ ਮੈਂ ਲਾਈਵ ਹੁੰਨਾ ਹੀ ਆ। ਸੋ ਜੇ ਤੁਸੀਂ ਉਹ ਚੈਨਲ ਲਾਈਕ ਕਰਦੇ ਹੋ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋਵੇ, ਤਾਂ ਤੁਸੀਂ ਉਹਨੂੰ ਪਲੀਜ਼ ਸਬਸਕ੍ਰਾਈਬ ਵੀ ਕਰ ਦਿਓ ਤੇ ਇੱਕ ਉਹ ਬੈਲ ਵਾਲਾ ਹੁੰਦਾ ਬਟਨ, ਉਹ ਵੀ ਦਬਾ ਦਿਓ। ਇਹਦਾ ਮਤਲਬ ਇਹ ਨਹੀਂ ਕਿ ਮੈਂ ਪੈਸੇ ਕਮਾਉਣਾ ਚਾਹੁੰਦਾ, ਪੈਸੇ ਤਾਂ ਹੁਣ ਮੈਂ ਕੀ ਕਮਾਉਣੇ ਨੇ, ਬਥੇਰੇ ਕਮਾ ਲਏ। ਸੋ ਇਹਦੇ ਨਾਲ ਐ ਵੀ ਹੋਰ ਲੋਕਾਂ ਦਾ ਵੀ ਫਾਇਦਾ ਹੋ ਜੂ। ਜੇ ਤੁਹਾਨੂੰ ਤੁਸੀਂ ਲਾਈਕ ਨਹੀਂ ਕਰਦੇ, ਬਿਲਕੁਲ ਨਾ ਦਬਾਓ। ਤੇ ਜੇ ਸਾਨੂੰ ਅੰਦਰੋਂ ਕਈ ਵਾਰੀ ਆਪਣੇ ਹੁੰਦੇ ਨੇ, ਬਹੁਤ ਲੱਗਦੇ ਨੇ ਵੀ ਸਾਡਾ ਬੜਾ ਕਲੋਜ਼ ਫਰੈਂਡ ਹੈ, ਸਾਡਾ ਬੜਾ ਕਲੋਜ਼ ਰਿਸ਼ਤੇਦਾਰ ਹੈ, ਅੰਦਰੋਂ ਉਹਨੂੰ ਖੁਸ਼ੀ ਨਹੀਂ ਹੁੰਦੀ, ਸਗੋਂ ਅੰਦਰੋਂ ਕਈ ਵਾਰੀ ਜੈਲਸੀ ਹੁੰਦੀ ਹੈ। ਉਹ ਕਹਿੰਦਾ ਮੈਂ ਤਾਂ ਦੇਖਿਆ ਹੀ ਨਹੀਂ, ਮੈਂ ਦੱਸਣਾ ਹੀ ਨਹੀਂ। ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮਾਲਕ ਸਾਡੇ ਵਿੱਚ ਬੈਠਾ ਹੈ, ਉਹਨੂੰ ਪਤਾ ਹੈ। ਜੇ ਕਿਸੇ ਦਾ ਤੁਸੀਂ ਕੋਈ ਚੰਗਾ ਕੰਮ ਕਰ ਦਿਓਗੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ। ਜੇ ਤੁਸੀਂ ਵਾਕਈ ਲਾਈਕ ਕਰਦੇ ਹੋ ਤੇ ਕਰ ਦਿਓ, ਤੇ ਇਗਨੋਰ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਜਦੋਂ ਤੁਸੀਂ ਇਗਨੋਰ ਕਰਦੇ ਹੋ, ਸਾਇੰਸ ਨੇ ਇੰਨੀ ਤਰੱਕੀ ਕਰਤੀ ਕਿ ਉਹ ਸਾਇੰਸ ਦੱਸਦਾ ਦੀ ਵੀ ਕਿਹੜੇ ਬੰਦਿਆਂ ਨੇ ਚੈਨਲ ਦੇਖੇ ਨੇ। ਬੇਸ਼ੱਕ ਤੁਸੀਂ ਇਗਨੋਰ ਕਰ ਦਿਓ, ਡਜਨਟ ਮੈਟਰ। ਆਪਣੀ ਫਿਤਰਤ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ। ਅੱਜ ਜਿਹੜਾ ਟੌਪਿਕ ਹੈ ਉਹ ਹੈਗਾ ਆਪਣਾ ਕ੍ਰਿਸਮਸ ਦੇ ਉੱਪਰ, ਵੀ ਕ੍ਰਿਸਮਸ ਕਿਹਨੂੰ ਕਹਿੰਦੇ ਨੇ। ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਹਿਸਟਰੀ ਦਿਆਂਗੇ, ਕਿਉਂਕਿ ਹਿਸਟਰੀ ਦੇ ਵਿੱਚ ਸਾਨੂੰ ਨੌਲੇਜ ਦਾ ਵਾਧਾ ਤਾਂ ਹੋ ਜਾਂਦਾ ਹੈ, ਪਰ ਅਸੀਂ ਉਹਦੇ ਤੋਂ ਹਿਸਟਰੀ ਤੋਂ ਕੁਝ ਸਿੱਖ ਨਹੀਂ ਸਕਦੇ। ਸਿੱਖਦੇ ਹਾਂ ਉਹਨਾਂ ਦੀਆਂ ਟੀਚਿੰਗਸ ਤੋਂ। ਟੀਚਿੰਗ ਜਦੋਂ ਅਸੀਂ ਸਿੱਖਦੇ ਹਾਂ ਤੇ ਉਹਦੇ ਉੱਤੇ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਅਸਰ ਜ਼ਰੂਰ ਪੈਂਦਾ ਹੈ। ਹੁਣ ਪਹਿਲਾ ਜਿਹੜਾ ਬੇਸਿਕ ਗੱਲ ਆ ਉਹ ਹੈਗਾ ਕਿ ਵਾਟ ਇਜ਼ ਕ੍ਰਿਸਮਸ। ਕ੍ਰਿਸਮਸ ਕਹਿੰਦੇ ਕਿਹਨੂੰ ਨੇ? ਕ੍ਰਿਸਮਸ ਐਕਚੁਅਲ ਦੇ ਵਿੱਚ ਕ੍ਰਿਸਚੀਅਨ ਲੋਕਾਂ ਦਾ ਹੋਲੀ ਫੈਸਟੀਵਲ ਹੈ, ਜਿਹਦੇ ਵਿੱਚ ਇਸ ਦਿਨ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ 25 ਦਸੰਬਰ ਨੂੰ। ਸੋ 25 ਦਸੰਬਰ ਨੂੰ ਜਦੋਂ ਜੀਸਸ ਕ੍ਰਾਈਸਟ, ਜਿਹੜੇ ਕਿ ਜਿਸ ਤਰ੍ਹਾਂ ਸਾਡੇ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਵਿੱਚ ਫਾਊਂਡਰ ਨੇ, ਜਿਸ ਤਰ੍ਹਾਂ ਲਾਰਡ ਕ੍ਰਿਸ਼ਨ ਨੇ, ਭਗਵਾਨ ਰਾਮ ਨੇ, ਮੁਹੰਮਦ ਸਾਹਿਬ ਨੇ, ਇਸੇ ਤਰ੍ਹਾਂ ਹੀ ਕ੍ਰਿਸਚਨ ਲੋਕਾਂ ਦਾ ਜਿਹੜਾ ਪੈਗੰਬਰ ਹੈ, ਜਿਹੜਾ ਰੱਬ ਹੈ ਜਾਂ ਸਨ ਆਫ ਗॉड ਹੈ, ਉਹ ਜੀਸਸ ਕ੍ਰਾਈਸਟ ਕਿਹਾ ਜਾਂਦਾ ਹੈ। ਤੇ ਜੀਸਸ ਕ੍ਰਾਈਸਟ ਦਾ ਜਿਹੜਾ ਜਨਮ ਹੈ ਉਹ 25 ਦਸੰਬਰ ਨੂੰ ਹੋਇਆ ਸੀਗਾ। ਸੋ ਕ੍ਰਿਸਮਸ ਦਾ ਮਤਲਬ ਸਿੰਪਲ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਹਿੰਦੂ ਲੋਕ ਜਨਮ ਅਸ਼ਟਮੀ ਮਨਾਉਂਦੇ ਆ, ਸਿੱਖ ਭਰਾ ਗੁਰਪੁਰਬ ਮਨਾਉਂਦੇ ਨੇ, ਐਸੇ ਤਰ੍ਹਾਂ ਜਿਹੜੇ ਕ੍ਰਿਸਚਨ ਲੋਕ ਨੇ ਉਹ ਕ੍ਰਿਸਮਸ ਮਨਾਉਂਦੇ ਨੇ। ਕ੍ਰਿਸਮਸ ਦਾ ਮਤਲਬ ਹੈ ਬਰਥ ਆਫ ਜੀਸਸ ਕ੍ਰਾਈਸਟ। ਹੁਣ ਇਸ ਦਿਨ, ਜਿਵੇਂ ਹੁਣ ਆਪਾਂ ਕੱਲ ਦੇਖਿਆ ਹੀ ਹੈ ਕਿ ਜੀਸਸ ਕ੍ਰਾਈਸਟ ਦੀ ਜਿਹੜੀ ਮਦਰ ਸੀਗੀ ਉਹ ਮਰੀਅਮ ਸੀਗੀ। ਮਰੀਅਮ ਜਿਹੜੀ ਸੀ ਉਹ ਬੈਚਲਰ ਸੀ, ਕੁਆਰੀ ਸੀ, ਵਰਜਨ ਸੀ ਜਦੋਂ ਕਿ ਜੀਸਸ ਕ੍ਰਾਈਸਟ ਦਾ ਜਨਮ ਹੋਇਆ। ਹੁਣ ਜੇ ਇਸ ਚੱਕਰ 'ਚ ਪੈ ਗਏ ਤਾਂ ਘੰਟਾ ਲੱਗ ਜਾਣਾ। ਸੋ ਇੰਨੀ ਕੁ ਗੱਲ ਬੇਸਿਕਲੀ ਇਹ ਆ ਵੀ ਇਹਨਾਂ ਦੀ ਮਦਰ ਦਾ ਨਾਮ ਕੁਆਰੀ ਮਰੀਅਮ ਸੀ, ਕੁਆਰੀ ਸੀਗੀ ਉਹ। ਤੇ ਇਹ ਇਜ਼ਰਾਈਲ ਦੇ ਵਿੱਚ ਬੈਥੂਲਮ ਦੇ ਵਿੱਚ, ਸ਼ਹਿਰ ਦੇ ਛੋਟਾ ਜਿਹਾ ਪਿੰਡ ਆ, ਉੱਥੇ ਹੋਏ ਸੀਗੇ ਇੱਕ ਤਵੇਲੇ ਦੇ ਵਿੱਚ। ਸੋ ਜਿਹੜੀ ਕ੍ਰਿਸਮਸ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ? ਹੁਣ ਕੱਲ ਨਿਕਲ ਕੇ ਗਈ ਹੈ, ਦੱਸਣ ਦੀ ਜਾਂ ਗੱਲ ਹੀ ਨਹੀਂ, ਸਾਰਿਆਂ ਨੂੰ ਪਤਾ ਹੋ ਜਿਨ੍ਹਾਂ ਨੇ ਕ੍ਰਿਸਮਸ ਮਨਾਈ ਹੈ ਕਿ ਅਸੀਂ ਕ੍ਰਿਸਮਸ ਨੂੰ ਕੀ ਕਰਦੇ ਹਾਂ? ਐਕਸਚੇਂਜ ਗਿਫਟਸ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ, ਲੈਂਦੇ ਹਾਂ। ਜੇ ਕੋਈ ਡਾਕਟਰਸ ਨੇ ਜਾਂ ਕੋਈ ਵਕੀਲ ਨੇ, ਉਹਨਾਂ ਕੋਲੇ ਬਥੇਰੇ ਆਉਂਦੇ ਨੇ ਲੋਕ, ਦੇ ਕੇ ਜਾਂਦੇ ਨੇ ਖੁਸ਼ ਹੋ ਕੇ। ਇਹਦਾ ਮਤਲਬ ਹੈ ਐਕਸਚੇਂਜ ਗਿਫਟਸ। ਤੇ ਦੂਜੀ ਗੱਲ ਹੁੰਦੀ ਹੈ ਸ਼ੇਅਰਿੰਗ ਮੀਲ ਵਿਦ ਦ ਫੈਮਿਲੀ ਐਂਡ ਫਰੈਂਡਸ, ਕਿ ਅਸੀਂ ਖਾਣੇ ਤੇ ਇੱਕ ਦੂਜੇ ਨੂੰ ਇਨਵਾਈਟ ਕਰਦੇ ਹਾਂ, ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਇੱਕ ਦੂਜੇ ਨਾਲ ਬਹਿ ਕੇ ਹੱਸਦੇ ਖੇਡਦੇ। ਕਿਉਂ? ਕਿਉਂਕਿ ਉਸ ਦਿਨ ਅਸੀਂ ਮੰਨਦੇ ਹਾਂ ਵੀ ਸਾਡੇ ਪਰਮਾਤਮਾ ਦਾ, ਸਾਡੇ ਜੀਸਸ ਦਾ ਜਨਮ ਦਿਨ ਹੈ। ਜਦੋਂ ਵੀ ਬੱਚਾ ਕੋਈ ਜਨਮ ਲੈਂਦਾ ਉਹਦੀ ਖੁਸ਼ੀ ਤਾਂ ਸਦਾ ਹੀ ਮਨਾਉਂਦੇ ਹਾਂ, ਬਰਥਡੇ ਮਨਾਉਂਦੇ ਹਾਂ, ਚਾਹੇ ਕਹਿ ਲਓ ਵੀ ਇਹ ਬਰਥਡੇ ਹੈ ਜੀਸਸ ਕ੍ਰਾਈਸਟ ਦਾ। ਸੋ ਇਸ ਦਿਨ ਅਸੀਂ ਚਰਚ ਦੇ ਵਿੱਚ ਜ਼ਰੂਰ ਜਾਂਦੇ ਹਾਂ, ਅਟੈਂਡਿੰਗ ਚਰਚ, ਠੀਕ ਹੈ ਜੀ। ਫਿਰ ਆਫ ਕੋਰਸ ਵੇਟਿੰਗ ਫਾਰ ਦਾ ਸੈਂਟਾ ਕਲੌਜ਼। ਸੈਂਟਾ ਕਲੌਜ਼ ਜਿਹੜਾ ਹੁੰਦਾ ਉਹ ਲਾਲ ਟੋਪੀ ਪਾਈ ਹੁੰਦੀ ਹੈ, ਚਿੱਟੀ ਹੁੰਦੀ ਹੈ, ਦਾੜੀ ਚਿੱਟੀ ਰੱਖੀ ਹੁੰਦੀ ਹੈ, ਉਹਨੂੰ ਸੈਂਟਾ ਕਲੌਜ਼ ਕਹਿੰਦੇ ਨੇ। ਐਕਚੁਅਲ ਉਹ ਸੇਂਟ ਨਿਕੋਲਸ ਇੱਕ ਸੰਤ ਹੋਏ ਨੇ
ਹੈ ਜੀ। ਇਰਾਕ ਦੇ ਵਿੱਚ ਸੌਰੀ ਟਰਕੀ ਦੇ ਵਿੱਚ ਸੰਤ ਹੋਏ ਨੇ ਅੱਜ ਤੋਂ 1750 ਸਾਲ ਪਹਿਲਾਂ। ਹੁਣ 2021 ਹੈ, 1750 ਸਾਲ ਪਹਿਲਾਂ ਟਰਕੀ ਦੇ ਵਿੱਚ ਸੇਂਟ ਨਿਕੋਲਸ ਹੋਏ ਨੇ। ਉਹ ਕੀ ਕਰਦੇ ਸੀਗੇ ਕਿ ਗਰੀਬਾਂ ਨੂੰ, ਕੋਈ ਵੀ ਜਿਹੜਾ ਡਿਜ਼ਰਵਿੰਗ ਹੈ, ਲੋੜਵੰਦ ਹੈ, ਬੱਚੇ ਨੇ, ਉਹਨਾਂ ਨੂੰ ਗਿਫਟ ਦਿਆ ਕਰਦੇ ਸੀ। ਇਸੇ ਕਰਕੇ ਉੱਥੋਂ ਤੋਂ ਟ੍ਰੈਡੀਸ਼ਨ ਚੱਲੀ ਆ ਰਹੀ ਹੈ ਕਿ ਬੱਚੇ ਡੀਕਦੇ ਨੇ ਵੀ ਕ੍ਰਿਸਮਸ ਵਾਲੇ ਦਿਨ ਜਾਂ ਕ੍ਰਿਸਮਸ ਤੋਂ ਪਹਿਲਾਂ ਆਪਣਾ ਸੈਂਟਾ ਕਲੌਜ਼ ਹੈ, ਉਹ ਜਿੰਨੀਆਂ ਵੀ ਸਾਡੀਆਂ ਵਿਸ਼ੇਸ ਨੇ ਉਹ ਪੂਰੀਆਂ ਕਰਦਾ ਹੈ ਜੀ। ਸੋ ਜਿਹੜਾ ਸੈਂਟਾ ਕਲੌਜ਼ ਸੀਗਾ ਉਹ ਇੰਨਾ ਪੋਪੂਲਰ ਸੀਗਾ, ਉਹਦੀ ਜਿਹੜੀ ਡੈਥ ਹੈ 6 ਦਸੰਬਰ ਨੂੰ ਹੋਈ ਸੀਗੀ 280 AD ਨੂੰ। ਸੋ ਉਹਦੇ ਵਿੱਚ ਕੀ ਹੈ ਕਿ ਉਸ ਤੋਂ ਬਾਅਦ 6 ਦਸੰਬਰ ਤੋਂ ਹੀ ਅਸੀਂ ਜਿਹੜੀ ਹੈ ਕ੍ਰਿਸਮਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਕਹਿਣ ਦਾ ਪਰਪਸ ਇਹ ਹੈ ਕਿ ਕ੍ਰਿਸਮਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਕ੍ਰਿਸਮਸ ਟਰੀ ਵੀ ਸਜਾਉਣੇ ਆ, ਘਰ ਵੀ ਸਜਾਉਣੇ ਆ, ਸਟੋਰਾਂ ਦੇ ਵਿੱਚ ਬੜਾ ਕੁਛ ਲੱਗਿਆ ਹੁੰਦਾ ਹੈ। ਸੋ ਇਸ ਕਰਕੇ ਬਹੁਤ ਡੈਕੋਰੇਸ਼ਨ ਹੁੰਦੀ ਹੈ, ਲੋਕਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਹੈ। ਜਿਵੇਂ ਦੀਵਾਲੀ ਦੇ ਵਿੱਚ ਹਲਵਾਈ ਦੀਆਂ ਦੁਕਾਨਾਂ ਸਜਦੀਆਂ, ਬਾਜ਼ਾਰ ਸਜੇ ਹੁੰਦੇ ਨੇ, ਇਸੇ ਤਰੀਕੇ ਕ੍ਰਿਸਮਸ ਦੇ ਵਿੱਚ ਸਾਡੇ ਜਿੰਨੇ ਵੀ ਮਾਲ ਨੇ ਉਹ ਸਜਦੇ ਨੇ, ਲੋਕ ਗਿਫਟਾਂ ਖਰੀਦਦੇ ਨੇ, ਭੱਜੇ ਫਿਰਦੇ ਨੇ। ਸੋ ਇਹ ਅਸੀਂ ਕੱਲ ਕ੍ਰਿਸਮਸ ਮਨਾਈ ਹੈ। ਹੁਣ ਅਸੀਂ ਜਿਹੜੀ ਬੇਸਿਕਲੀ ਗੱਲ ਕਰਦੇ ਹਾਂ ਕਿ ਟੀਚਿੰਗਸ ਕੀ ਨੇ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਵੀ ਜਿਹੜੀ ਲਾਈਫ ਹੈ, ਕਦੋਂ ਜੰਮਿਆ, ਕੌਣ ਮਾਂ-ਬਾਪ ਸੀ, ਕੌਣ ਕਿੱਥੇ ਜੰਮਿਆ, ਕੀ ਗੱਲ ਸੀਗੀ, ਇਹ ਸਾਡੀ IQ, ਸਾਡੀ ਨੌਲੇਜ ਦਾ ਵਾਧਾ ਕਰਦੀ ਹੈ। ਪਰ ਜਿਹੜੀਆਂ ਟੀਚਿੰਗਸ ਨੇ ਉਹਨਾਂ ਨੇ ਕੀ ਕੁਛ ਸਾਨੂੰ ਦੱਸਿਆ, ਕੀ ਸਿੱਖਿਆ ਦਿੱਤੀ, ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਸਕਦਾ। ਸੋ ਟੀਚਿੰਗ ਇਜ਼ ਮੋਰ ਇੰਪੋਰਟੈਂਟ ਦੈਨ ਦਾ ਹਿਸਟਰੀ। ਸੋ ਬੇਸਿਕਲੀ ਮੈਂ ਨਿਊ ਟੈਸਟਾਮੈਂਟ ਨੂੰ ਕਵਰ ਕਰਦਾ ਕਿਉਂਕਿ ਕ੍ਰਿਸਚੀਅਨਿਟੀ ਦੇ ਵਿੱਚ 2 ਧਾਰਮਿਕ ਪੁਸਤਕਾਂ ਨੇ, ਇੱਕ ਓਲਡ ਟੈਸਟਾਮੈਂਟ ਹੈ, ਇੱਕ ਨਿਊ ਟੈਸਟਾਮੈਂਟ ਹੈ। ਨਿਊ ਟੈਸਟਾਮੈਂਟ ਜਿਹੜੀ ਆ ਉਹਨੂੰ ਜ਼ਿਆਦਾ ਵੈਲਿਡ ਮੰਨੀਗਾ, ਦੁਨੀਆ ਦੇ ਵਿੱਚ ਜ਼ਿਆਦਾ ਲੋਕ ਨਿਊ ਟੈਸਟਾਮੈਂਟ ਨੂੰ ਪੜ੍ਹਦੇ ਨੇ, ਜਿਹਨੂੰ ਬਾਈਬਲ ਕਹਿ ਦਿੰਦੇ ਆਪਾਂ। ਸੋ ਨਿਊ ਟੈਸਟਾਮੈਂਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਟੀਚਿੰਗ ਦੇ ਵਿੱਚ ਇਹ ਦੱਸੀ ਹੈ ਕਿ ਇਸ ਕਾਇਨਾਤ ਦੇ ਵਿੱਚ, ਇਸ ਯੂਨੀਵਰਸ ਨੂੰ, ਜ਼ਮੀਨ, ਆਕਾਸ਼, ਪਤਾਲ, ਜੋ ਵੀ ਕੁਛ ਹੈ, ਇਹ ਕਿਵੇਂ ਪੈਦਾ ਹੋਏ। ਸੋ ਨਿਊ ਟੈਸਟਾਮੈਂਟ ਦੇ ਵਿੱਚ ਬਾਈਬਲ ਵਿੱਚ ਕਿਹਾ ਗਿਆ ਕਿ ਇਨ ਦਾ ਬਿਗਨਿੰਗ ਵਾਜ਼ ਗॉड, ਇਨ ਦਾ ਬਿਗਨਿੰਗ ਵਾਜ਼ ਦਾ ਵਰਡ ਜਿਹਨੂੰ ਕਹਿੰਦੇ ਨੇ ਪਰਮਾਤਮਾ ਨੂੰ ਕਹਿੰਦੇ ਨੇ। ਜਿਸ ਤਰ੍ਹਾਂ ਕੋਈ ਰੱਬ ਕਹਿ ਦਿੰਦਾ, ਕੋਈ ਵਾਹਿਗੁਰੂ ਕਹਿ ਦਿੰਦਾ, ਕੋਈ ਅੱਲਾ ਕਹਿ ਦਿੰਦਾ, ਇਸੇ ਤਰ੍ਹਾਂ ਹੀ ਕ੍ਰਿਸਚੀਅਨਿਟੀ ਦੇ ਵਿੱਚ ਜਾਂ ਬਾਈਬਲ ਦੇ ਵਿੱਚ ਰੱਬ ਨੂੰ ਵਰਡ ਕਿਹਾ ਗਿਆ, ਲੋਗਾਸ ਕਿਹਾ ਗਿਆ। ਸੋ ਜਦੋਂ ਮੈਂ ਵਰਡ ਕਹਿਣ ਦਾ ਮਤਲਬ ਇਹ ਹੈ ਕਿ ਪਰਮਾਤਮਾ, ਇਨ ਦਾ ਬਿਗਨਿੰਗ ਵਾਜ਼ ਦਾ ਵਰਡ ਐਂਡ ਦਾ ਵਰਡ ਵਾਜ਼ ਵਿਦ ਦਾ ਗॉड, ਕਿ ਜਿਹੜਾ ਉਹ ਸ਼ਬਦ ਸੀ, ਜਿਹੜੀ ਉਹ ਤਾਕਤ ਸੀ, ਜਿਹੜੀ ਰੂਹਾਨੀ ਤਾਕਤ ਸੀ, ਉਹ ਪਰਮਾਤਮਾ ਦੇ ਨਾਲ ਸੀ। ਐਂਡ ਦਾ ਵਰਡ ਵਾਜ਼ ਗॉड, ਤੇ ਉਹੀ ਪਰਮਾਤਮਾ ਹੈ। ਸੋ ਕਹਿਣ ਦਾ ਪਰਪਸ ਇਹ ਹੈ ਕਿ ਪਰਮਾਤਮਾ ਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ ਹੈ। ਆਲ ਥਿੰਗਸ ਵਰ ਮੇਡ ਬਾਈ ਹਿਮ, ਸਾਰੀ ਦੁਨੀਆ ਦੀ ਜਿਹੜੀ ਚੀਜ਼ਾਂ ਨੇ ਉਹ ਪਰਮਾਤਮਾ ਨੇ ਪੈਦਾ ਕੀਤੀਆਂ। ਬਾਈਬਲ ਨੇ ਇਹਨੂੰ ਵਰਡ ਕਿਹਾ, ਸਿਰਫ ਲੈਂਗੁਏਜ ਥੋੜੀ ਫਰਕ ਹੈ, ਮੀਨਿੰਗ ਸੇਮ ਹੈ। ਜਿਵੇਂ ਕਿ ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋ ਇਸ ਕਰਕੇ ਜਿੰਨੀ ਵੀ ਕੁੱਲ ਕਾਇਨਾਤ ਹੈ ਉਹ ਸ਼ੁਰੂ ਤੋਂ ਚੱਲੀ ਆ ਰਹੀ ਹੈ ਔਰ ਉਹਨੂੰ ਪੈਦਾ ਕਰਨ ਵਾਲਾ ਇੱਕ ਤਾਕਤ ਹੈ जी। अव्वल अल्लाह नूर पाया कुदरत के सब बंदे, एक नूर से सब जग उपजया, कौन भले कौन मंदे। जी जात सब उस दे सबना का सोई, मंदा किसनू आखिए जे दूजा होई। कि कुल कायनात नू एक ताकत ने, एक रब्बी ताकत ने पैदा किया, जिहदा ओह असीं दुनिया दे लोग वख-वख धर्मां च वख-वख ना लैंदे आ, पर गल सिर्फ ताकत है। ਉਹ ताकत ਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਇੱਕ रूहानी मैलोडी ਜਿਹੜੀ ਹੈਗੀ ਉਹ ਆਵਾਜ਼ ਵੀ ਹੈ ਤੇ रूहानी प्रकाश भी है। ਇਹ ਦੋ ਤਾਕਤਾਂ ਦੇ ਨਾਲ ਸਾਰੀ ਦੁਨੀਆ, ਸਾਰੀ ਕਾਇਨਾਤ ਦਾ ਜਿਹੜਾ ਹੈਗਾ ਉਹ ਸਾਰੀ ਕਾਇਨਾਤ ਪੈਦਾ ਹੋਈ ਹੈ। ਇਹ ਬਾਈਬਲ ਕਹਿੰਦੀ ਹੈ, ਇਹੀ ਬਾਕੀ ਵੀ ਕਹਿੰਦੇ ਨੇ। ਸੋ ਅੱਜ ਕਿਉਂਕਿ ਕ੍ਰਿਸਮਸ ਹੈ, ਮੈਂ ਇਹਨੂੰ ਨਾਲ ਦੂਸਰੇ ਧਰਮਾਂ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੇ ਅਸੀਂ ਨਹੀਂ ਬਾਈਬਲ ਪੜ੍ਹੀ ਤਾਂ ਸਾਨੂੰ ਲੱਗਦਾ ਸ਼ਾਇਦ ਉਹ ਕੋਈ ਹੋਰ ਗੱਲ ਕਹਿੰਦੇ ਨੇ। ਗੱਲ ਉਹ ਸੇਮ, ਸਪਿਰਚੁਅਲ ਜਿਹੜੀਆਂ ਟੀਚਿੰਗ ਨੇ ਉਹ ਸੇਮ ਹੁੰਦੀਆਂ ਨੇ, ਵਰਡਿੰਗ ਦਾ ਵਿੱਚ ਡਿਫਰੈਂਸ ਹੁੰਦਾ ਹੈ। ਕਿਉਂਕਿ ਨਿਊ ਟੈਸਟਾਮੈਂਟ ਕੀ ਕਿਹਾ, ਇਨ ਦਾ ਬਿਗਨਿੰਗ ਵਾਜ਼ ਦਾ ਵਰਡ, ਦ ਵਰਡ ਵਾਜ਼ ਵਿਦ ਗॉड ਐਂਡ ਦ ਵਰਡ ਵਾਜ਼ ਗॉड, ਕਿ ਪਰਮਾਤਮਾ ਹੀ ਸਾਰਾ ਕੁਝ ਸੀਗਾ ਤੇ ਉਹਨੇ ਹੀ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ। ਦੂਜੀ ਗੱਲ ਇਹ ਹੈ ਕਿ ਪਰਮਾਤਮਾ ਇਸ ਧਰਤੀ ਦੇ ਉੱਤੇ, ਜਿਵੇਂ ਜੀਸਸ ਕ੍ਰਾਈਸਟ ਆਏ, ਮੁਹੰਮਦ ਸਾਹਿਬ ਆਏ, ਰਾਮਚੰਦਰ ਜੀ ਆਏ, ਗੁਰੂ ਨਾਨਕ ਸਾਹਿਬ ਆਏ, ਹੋਰ ਦੇਵੀ ਪੂਰਨ ਸੰਤ, ਬੁੱਲੇ ਸ਼ਾਹ, ਕਬੀਰ ਸਾਹਿਬ ਆਏ, ਕਿੰਨੇ ਅਣਗਿਣਤ ਆਏ ਨੇ। ਪਰ ਇੱਕ ਗੱਲ ਪੱਕੀ ਹੈ ਕਿ ਹਮੇਸ਼ਾ ਧਰਤੀ ਦੇ ਉੱਤੇ ਕੋਈ ਨਾ ਕੋਈ ਪੂਰਨ ਸੰਤ, ਕਾਮਿਲ ਮੁਰਸ਼ਿਦ ਰਹਿੰਦਾ, ਕਿਉਂਕਿ
संत ना होते जगत में तो जल मरता संसार। संत जे ना हो ना दुनिया जल जल के मर जूगी। सो इस करके दुनिया की एक सच्चाई है कि दुनिया के किसी ना किसी हिस्से दे विच पूर्ण संत हमेशा रहे ने। सो पूर्ण संत क्यों आउंदे ने, दुनिया च क्यों आउंदे ने, इहदे बारे जे असीं भगवत गीता नूं पढ़ीए तां उत्थे कृष्ण जी अर्जन नूं उपदेश करदे कहंदे ने कि जिउं-जिउं धरती दे उत्ते अत्याचार वधदे ने, लोकां दे नाल अत्याचार वधदे ने, लोग दुखी हुंदे ने। सो जदों लोग दुखी हुंदे ने फिर ਉਹ ਰੋਂਦੇ ਨੇ, ਪਿੱਟਦੇ ਨੇ, चिल्लाਉਂਦੇ ਨੇ, ਉਹ ਆਪਣੀ परमात्मा ਦੇ ਅੱਗੇ ਦੁਆ ਕਰਦੇ ਨੇ, ਉਹ ਅੱਲਾ ਵਾਹਿਗੁਰੂ ਦੇ ਅੱਗੇ ਦੁਆ ਕਰਦੇ ਨੇ ਕਿ ਸਾਨੂੰ ਬਚਾਓ, ਇਸ ਦੁਨੀਆ ਦੇ ਉੱਤੇ ਕਿੰਨਾ ਕਹਿਰ ਜ਼ੁਲਮ ਹੋ ਰਿਹਾ ਹੈ। ਸੋ ਭਗਵਾਨ ਕ੍ਰਿਸ਼ਨ ਵੀ ਇਹੀ ਕਹਿੰਦੇ ਨੇ ਕਿ ਜਿਉਂ-ਜਿਉਂ ਧਰਤੀ ਦੇ ਉੱਤੇ ਜ਼ੁਲਮ ਵੱਧਦੇ ਨੇ ਉਦੋਂ परमात्मा ਸਾਡੇ ਲੋਕਾਂ ਦੀ ਚੀਕੋ ਪੁਕਾਰ ਸੁਣ ਕੇ, ਸਾਡੇ ਰੋਂਦਿਆਂ ਨੂੰ ਦੇਖ ਕੇ, ਤਰਸ ਖਾ ਕੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨੁੱਖੀ ਚੋਲਾ ਧਾਰਨ ਕਰਕੇ ਇਸ ਧਰਤੀ ਦੇ ਉੱਤੇ ਆਉਂਦੇ ਨੇ। The purpose of these saint is just for the welfare of our humanity। ਹਮੇਸ਼ਾ ਆਉਂਦੇ ਨੇ। ਜੀਸਸ ਕ੍ਰਾਈਸਟ ਵੀ ਸਾਨੂੰ ਉਸ ਟਾਈਮ ਲੋਕਾਂ ਦੇ ਵਿੱਚ ਜਿਹੜੇ ਅਤਿਆਚਾਰ ਹੋ ਰਹੇ ਸੀਗੇ ਉਹਨਾਂ ਨੂੰ ਆਪਣੇ ਉੱਤੇ ਲਏ, ਆਪ ਜ਼ੁਲਮ ਸਹੇ, ਪਰ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਗੁਰੂ ਨਾਨਕ ਸਾਹਿਬ ਦੀ ਦੇਖ ਲਓ, ਉਹਨਾਂ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ ਸੀਗੇ। ਗੁਰੂ ਸਾਹਿਬਾਨ ਨੂੰ ਤੱਤੇ ਤਵਿਆਂ ਤੇ ਬਿਠਾਏ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ। ਮਨਸੂਰ ਜਿਹੜਾ ਕਹਿੰਦਾ ਸੀ ਕਿ ਮੈਂ ਹੀ ਰੱਬ ਹਾਂ, ਉਹਦੇ ਪੋਟੇ ਕੱਟ ਕੇ ਉਹਨੂੰ ਕਿਸ ਤਰ੍ਹਾਂ ਉਹਦੀ ਡੈਥ ਹੋਈ। ਸੋ ਇਹ ਹਮੇਸ਼ਾ ਕੁਦਰਤ ਦਾ ਇਹ ਸਿਧਾਂਤ ਹੈ, ਪਰਮਾਤਮਾ ਸਿਧਾਂਤ ਹੈ। ਸਰੀਰਕ ਤੌਰ ਤੇ ਅਸੀਂ ਇਹਨੂੰ ਨੁਕਸਾਨ ਕਰਦੇ ਹਾਂ ਪਰ ਆਤਮਾ ਦੇ ਤੌਰ ਤੇ ਕੁਝ ਨਹੀਂ ਕਰ ਸਕਦੇ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਵੀ ਕਿਹਾ ਸੀਗਾ ਕਿ ਪਰਮਾਤਮਾ ਕਿਉਂ ਇਸ ਦੁਨੀਆ ਦੇ ਵਿੱਚ ਆਉਂਦਾ ਹੈ। ਸੋ ਉਹ ਇਸ ਕਰਕੇ ਆਉਂਦਾ, ਜੀਸਸ ਕ੍ਰਾਈਸਟ ਨੇ ਕਿਹਾ ਸੀ ਫॉर I come down from heaven not to do my own will but the will of him that sent me। ਕਿ ਮੈਂ ਉੱਪਰ ਪਰਮਾਤਮਾ ਨਾਲ ਮਿਲਿਆ ਵਾ ਸੀਗਾ, ਮੈਂ ਆਪਣੀ ਮਰਜ਼ੀ ਨਾਲ ਇਸ ਧਰਤੀ ਤੇ ਨਹੀਂ ਆਇਆ। not to do my own will, ਆਪਣੀ ਮਰਜ਼ੀ ਨਾਲ ਨਹੀਂ ਆਇਆ, what the will of him, ਪਰਮਾਤਮਾ ਦੇ ਹੁਕਮ ਦੇ ਨਾਲ, ਉਹਦੀ ਇੱਛਾ ਦੇ ਨਾਲ ਮੈਂ ਆਇਆ। that sent me। ਉਹਨੇ ਕਿਹਾ ਜ਼ਮੀਨ 'ਚ ਆ ਕੇ ਲੋਕਾਂ ਦੇ ਅਤਿਆਚਾਰ ਹੋ ਰਹੇ ਨੇ, ਲੋਕਾਂ ਨੂੰ ਸਮਝਾਓ ਬੁਝਾਓ, ਤਾਂ ਮੈਂ ਆਇਆ। ਇਹੀ 10ਵੀਂ ਪਾਤਸ਼ਾਹੀ ਨੇ ਕਿਹਾ ਸੀ, ਚਿਤਨਾ ਭਇਓ ਹਮਰਾ ਆਵਨ ਕੋ ਚੁਭੀ ਰਹੇ ਸੁਰਤ ਪ੍ਰਭ ਚਰਨਨ ਮੇ। ਕਿ ਮੇਰਾ ਤਾਂ ਉੱਕਾ ਹੀ ਦਿਲ ਨਹੀਂ ਕਰਦਾ ਸੀ ਇਸ ਦੁਨੀਆ ਦੇ ਵਿੱਚ ਆਵਾਂ, ਇਸ ਨਰਕ ਦੇ ਵਿੱਚ ਆਵਾਂ, ਪਰ ਮੈਂ ਕੀ ਕਰਾਂ, ਰੱਬ ਦੇ ਹੁਕਮ ਦੇ ਵਜੇ ਮੈਨੂੰ ਇੱਥੇ ਆਉਣਾ ਪਿਆ। ਸੋ ਕਹਿਣ ਦਾ ਪਰਪਸ ਇਹ ਹੈ ਕਿ ਜਿਹੜੇ ਸੰਤ ਮਹਾਂਪੁਰਸ਼ ਨੇ, ਪੀਰ ਪੈਗੰਬਰ ਨੇ, ਸੇਂਟ ਨੇ, ਉਹ ਜਦੋਂ ਧਰਤੀ ਦੇ ਉੱਤੇ ਜ਼ੁਲਮ ਵੱਧਦੇ ਨੇ ਉਦੋਂ ਪਰਮਾਤਮਾ ਮਨੁੱਖੀ ਚੋਲਾ ਤਾਰ ਕਰਕੇ, ਕਿਉਂਕਿ ਪਰਮਾਤਮਾ ਦੀ ਸਾਨੂੰ ਪਹਿਚਾਣ ਨਹੀਂ ਹੋਣੀ, ਉਹਨੂੰ ਸਾਡੇ ਵਰਗਾ ਬਣਾ ਕੇ ਭੇਜਣਾ ਪਊ ਤਾਂ ਕਿ ਉਹ ਸਾਡੀ ਲੈਂਗੁਏਜ ਨੂੰ ਸਮਝ ਸਕੇ, ਸਾਡੇ ਤੌਰ ਤਰੀਕੇ ਨਾਲ ਸਾਡੇ ਵਰਗਾ ਲੱਗੇ, ਫਿਰ ਸਾਨੂੰ ਉਹਨਾਂ ਦੀਆਂ ਟੀਚਿੰਗ ਸਮਝ ਆਉਂਦੀਆਂ ਨੇ। ਤੇ ਜਿਹੜੇ ਖੁਸ਼ਕਿਸਮਤ ਉਹਦੀਆਂ ਟੀਚਿੰਗ ਨੂੰ ਸਮਝ ਲੈਂਦੇ ਨੇ ਉਹਨਾਂ ਦਾ ਕਲਿਆਣ ਹੋ ਜਾਂਦਾ। ਜਿਹੜੇ ਕੋਈ ਮੇਰੇ ਵਰਗੇ ਪੱਥਰ ਮਾਰਦੇ, ਰੋੜੇ ਮਾਰਦੇ, ਤੱਤੇ ਤਵਿਆਂ ਤੇ ਬਿਠਾਉਂਦੇ ਨੇ, ਸੂਲੀ ਤੇ ਚੜਾਉਂਦੇ ਨੇ, ਜ਼ਹਿਰ ਦਾ ਪਿਆਲਾ ਦਿੰਦੇ ਨੇ, ਉਹ ਫਿਰ ਇੱਥੇ ਨਰਕਾਂ 'ਚ ਤੁਰੇ ਫਿਰਦੇ ਨੇ ਤੇ ਮੁੜ ਕੇ ਦੁਨੀਆ 'ਚ ਆਉਂਦੇ ਰਹਿੰਦੇ ਨੇ। ਇਹੀ ਸਾਡੇ ਰੂਪ ਨੇ। ਹਰ ਸਮੇਂ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਮੀਰਾ ਨੂੰ ਜ਼ਹਿਰ ਦਾ ਪਿਆਲਾ ਕਿਸੇ ਹੋਰ ਨੇ ਦਿੱਤਾ ਸੀ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਕਿਸੇ ਨੇ ਹੋਰ ਦਿੱਤਾ ਸੀ, ਜੀਸਸ ਕ੍ਰਾਈਸਟ ਨੂੰ ਸੂਲੀ ਕਿਸੇ ਹੋਰ ਨੇ ਚਾਹੇ। ਨਹੀਂ ਭਾਈ ਸਾਹਿਬ, ਅਸੀਂ ਚੋਲਾ ਵਰਗੇ, ਸਾਡੇ ਵਰਗੀਆਂ ਆਤਮਾ ਉਦੋਂ ਵੀ ਸੀ ਤੇ ਹੁਣ ਵੀ ਨੇ ਤੇ ਅੱਗੇ ਤੋਂ ਵੀ ਰਹਿਣਗੀਆਂ। ਇਹ ਦੁਸ਼ਟ ਆਤਮਾ ਹਮੇਸ਼ਾ ਦੁਨੀਆ ਦੇ ਵਿੱਚ ਰਹਿੰਦੀਆਂ ਨੇ, ਜਿਨ੍ਹਾਂ ਦਾ ਕੰਮ ਹਮੇਸ਼ਾ ਹੀ ਨੈਗੇਟਿਵ ਸੋਚਣਾ ਹੁੰਦਾ ਹੈ। ਸੋ ਜਦੋਂ ਉਹ ਇਸ ਦੁਨੀਆ ਦੇ ਵਿੱਚ ਪੂਰਨ ਸੰਤ ਆ ਜਾਂਦੇ ਨੇ, ਪੂਰਨ ਸੇਂਟ ਆ ਜਾਂਦੇ ਨੇ, ਉਹ ਕੀ ਸਮਝਾਉਂਦੇ ਨੇ, ਜੀਸਸ ਕ੍ਰਾਈਸਟ ਨੇ ਕੀ ਸਮਝਾਇਆ। ਸੋ ਉਹਨੇ ਜੀਸਸ ਕ੍ਰਾਈਸਟ ਨੇ ਲਿਖਿਆ ਬਾਈਬਲ ਦੇ ਵਿੱਚ, I and the Father are one, ਕਿ ਮੈਂ ਤੇ ਮੇਰਾ ਪਿਤਾ, ਕਿਉਂਕਿ ਉਹ ਪਰਮਾਤਮਾ ਨੂੰ ਪਿਤਾ ਕਹਿੰਦਾ ਹੈ। ਪਿਤਾ ਦਾ ਮਤਲਬ ਇਹ ਨਹੀਂ ਜਿਹੜਾ ਉਹਦਾ ਦੁਨਿਆਵੀ ਪਿਤਾ, ਪਿਤਾ ਦਾ ਮਤਲਬ ਸਪਿਰਿਚੁਅਲ ਪਿਤਾ, ਰੱਬ ਕਹਿ ਲਓ, ਪਰਮਾਤਮਾ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਜੋ ਮਰਜ਼ੀ ਕਹਿ ਲਓ। ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਲਿਖਿਆ I and the Father are one, ਕਿ ਮੈਂ ਤੇ ਮੇਰਾ ਪਿਤਾ ਇੱਕੋ ਹੀ ਆ। The soul has connection with the Father, ਜਿਹੜੀ ਮੇਰੀ ਅੰਦਰ ਆਤਮਾ ਹੈ, ਸੋਲ ਹੈ, ਉਹਦਾ ਉਸ ਪਰਮਾਤਮਾ ਦੇ ਨਾਲ ਕਨੈਕਸ਼ਨ ਹੈ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ 1-2 ਮਿੰਟ ਦੇ ਲਈ ਲਹਿਰ ਉੱਠਦੀ ਹੈ, ਜਦੋਂ ਲਹਿਰ ਉੱਠਦੀ ਹੈ ਉਹ ਸਮੁੰਦਰ ਨਾਲੋਂ ਅਲੱਗ ਹੁੰਦੀ ਹੈ, ਪਰ ਜਦੋਂ 1 ਮਿੰਟ ਤੋਂ ਬਾਅਦ ਲਹਿਰ ਜਾ ਕੇ ਸਮੁੰਦਰ 'ਚ ਵਿੱਚ ਹੀ ਮਿਲ ਜਾਂਦੀ ਹੈ, ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਹੈ, ਜਦੋਂ ਇਹਦਾ ਕਨੈਕਸ਼ਨ ਪਰਮਾਤਮਾ ਦੇ ਨਾਲ ਜੁੜ ਗਿਆ, ਮਿਹਨਤ ਕਰਕੇ, ਦਇਆ ਨਾਲ, ਮਿਹਰ ਨਾਲ, ਤਾਂ ਫਿਰ ਅਸੀਂ ਰੱਬ, ਜਿਉਂਦੇ ਜਾਗਦੇ ਰੱਬ। ਤੇ ਜਿੰਨਾ ਚਿਰ ਸਾਡਾ ਕਨੈਕਸ਼ਨ ਨਹੀਂ ਜੁੜਦਾ ਤਾਂ ਉਸੇ ਤਰ੍ਹਾਂ ਸੁੱਤੀ ਪਈ ਜਿਵੇਂ ਵਿਦਿਆ ਆਉਂਦੀ ਹੈ, ਜਿਹੜੇ ਨਹੀਂ ਸਕੂਲਾਂ ਕਾਲਜਾਂ ਜਾਂਦੇ ਸੁੱਤੇ ਪਏ ਆਉਂਦੇ ਨੇ, ਅਨਪੜ੍ਹ ਆਉਂਦੇ ਨੇ, ਅਨਪੜ੍ਹ ਮਰ ਜਾਂਦੇ ਨੇ, ਪਰ ਜਿਹੜੇ ਮਿਹਨਤ ਕਰਦੇ ਨੇ ਉਹ ਆਲਮ ਫਾਜ਼ਿਲ ਬਣ ਜਾਂਦੇ ਨੇ। ਤੇ ਜਿਹੜੇ ਅੰਦਰੋਂ ਮਿਹਨਤ ਕਰਦੇ ਨੇ ਉਹਨਾਂ ਦਾ ਆਤਮਾ ਦਾ ਕਨੈਕਸ਼ਨ ਪਰਮਾਤਮਾ ਨਾਲ ਜੁੜ ਜਾਂਦਾ ਹੈ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਹੈ ਕਿ I and the Father are one, the soul has connection with the Father,
I am in the Father and Father is in me. I am in the Father and Father is in the me, ਕਿ ਮੈਂ ਤੇ ਪਰਮਾਤਮਾ, ਗੱਲ ਮੁਕਾਓ ਛੋਟੀ ਗੱਲ, ਕਿ ਅਸੀਂ ਇੱਕੋ ਹੀ ਰੂਪ ਆ। ਜਿਹੜੇ ਸੰਤ ਹੁੰਦੇ ਨੇ ਬੜੀ ਖੁੱਲ੍ਹ ਕੇ ਗੱਲਾਂ ਕਰਦੇ ਨੇ, ਠੀਕ ਹੈ ਜੀ। ਸੋ ਹੁਣ ਗੱਲ ਇਹ ਹੈ ਕਿ ਸਾਡਾ ਜੀਸਸ ਕ੍ਰਾਈਸਟ ਨੇ, ਬਾਈਬਲ ਨੇ ਸਾਨੂੰ ਸਮਝਾਇਆ ਕਿ ਸਾਡਾ ਜ਼ਿੰਦਗੀ ਜਿਉਣ ਦਾ ਪਰਪਸ ਕੀ ਹੈ। ਅਸੀਂ ਜਿਹੜੇ ਮਨੁੱਖੀ 2 ਪੈਰਾਂ ਵਾਲੇ 2 ਲੱਤਾਂ ਵਾਲੇ ਜਾਨਵਰ ਹਾਂ, ਇਹਦਾ ਪਰਪਸ ਕੀ ਹੈ? ਕੀ ਸਾਡਾ ਪਰਪਸ ਦੁੱਧ ਪੀਣਾ, ਸਕੂਲ ਜਾਣਾ, ਕਾਲਜ ਚਲੇ ਜਾਣਾ, ਫਿਰ ਵਿਆਹ ਹੋ ਜਾਣਾ, ਫਿਰ ਬੱਚੇ ਜੰਮ ਲੈਣੇ, ਫਿਰ ਚਿੱਟੇ ਵਾਲ ਹੋ ਜਾਣੇ, ਫਿਰ ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਨਿਗਾਹ ਕਮਜ਼ੋਰ ਹੋ ਗਈ, ਕੰਨਾਂ ਤੇ ਵਾਲ ਆ ਗਏ, ਤੇ ਖਾ ਲਿਆ, ਪੀ ਲਿਆ, ਸੌਂ ਲਿਆ, ਲੜ ਲਿਆ, ਨਿੰਦਾ ਕਰ ਲਈ, ਚੁਗਲੀ ਕਰ ਲਈ, ਇਹੀ ਹੈ ਸਾਡਾ ਪਰਪਸ? ਠੰਡੇ ਦਿਲ ਨਾਲ ਸੋਚ ਕੇ ਦੇਖੋ, ਇਹ ਕੋਈ ਵੀ ਨਹੀਂ ਮੰਨਦਾ। ਜਦੋਂ ਜੋਸ਼ ਹੁੰਦਾ ਨਾ, ਜਵਾਨੀ ਹੁੰਦੀ ਆ, ਉਦੋਂ ਨਹੀਂ ਪਰਵਾਹ ਕਰਦੇ, ਪਰ ਜਦੋਂ ਬੁਢਾਪਾ ਹੁੰਦਾ ਫਿਰ ਸਾਰਾ ਕੁਝ ਸੋਚਦੇ ਆ ਵੀ ਆ ਜਿਹੜੇ ਗੋਡਿਆਂ ਨਾਲ ਚੱਕ ਚੱਕ ਕੇ ਲੱਤਾਂ ਮਾਰਦੇ ਹੁੰਦੇ ਸੀਗੇ, ਲੋਕਾਂ ਕਨੀ ਬੁਰੀਆਂ ਨਿਗਾਹ ਨਾਲ ਦੇਖਦੇ ਸੀ, ਆ ਹੁਣ ਨਿਗਾਹ ਵੀ ਨਹੀਂ ਹੁੰਦੀ। ਕੰਨਾਂ ਦੇ ਉੱਤੇ ਬਾਲ ਆ ਗਏ, ਚਿੱਟੀਆਂ ਕਲਮਾਂ ਆ ਗਈਆਂ, ਬੇਸ਼ੱਕ ਅਸੀਂ ਰੰਗ ਲਾ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਕਿ ਭਾਈ ਸਾਹਿਬ ਥੋੜਾ ਹੀ ਰਹਿ ਗਿਆ ਹੁਣ ਟਾਈਮ, ਜਿਹੜਾ ਇੰਨਾ ਟਾਈਮ ਨਿਕਲ ਗਿਆ ਹੁਣ ਥੋੜਾ ਹੀ ਰਹਿ ਗਿਆ, ਕੋਈ ਨਹੀਂ, ਆ ਜਿਹੜਾ ਤੇਰਾ 60-70 ਕਿਲੋ ਦਾ ਸਰੀਰ ਹੈ ਨਾ, ਇਹ ਜਾਂ ਤਾਂ ਤੇਰੇ ਕੀੜਾ ਹੀ ਖਾਣਗੇ ਜ਼ਮੀਨ ਦੇ ਵਿੱਚ, ਜਾਂ ਫਿਰ ਤੈਨੂੰ ਅੱਗ ਦੇ ਸਪੁਰਦ ਕਰ ਗਿਆ, ਇੱਕ ਮੁੱਠੀ ਮਿੱਟੀ ਫੜਾ ਦੇਣੀ ਤੇਰੇ ਹੱਥ 'ਚ, ਇੰਨੀ ਕੁ ਤੇਰੀ ਔਕਾਤ ਹੈ। ਸੋ ਇਸ ਕਰਕੇ ਸਾਡੀ ਜ਼ਿੰਦਗੀ ਦਾ ਪਰਪਸ ਕੀ ਹੈ? ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀ ਨਾ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਇਹਦਾ ਮਤਲਬ ਕਿ ਪਈ ਪ੍ਰਾਪਤ ਮਾਨੁਖ ਦਰੀਆ, ਕਿ ਤੈਨੂੰ ਮਨੁੱਖ ਦਾ ਸਰੀਰ ਮਿਲਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੇ ਗੋਬਿੰਦ ਪਰਮਾਤਮਾ ਨੂੰ ਕਹਿੰਦੇ ਨੇ, ਕਿ ਪਰਮਾਤਮਾ ਨੂੰ ਮਿਲਣ ਦਾ ਤੈਨੂੰ ਮੌਕਾ ਹੈ। ਅਵਰ ਕਾਜ ਤੇਰੇ ਕੋਦੇ ਨਾ ਕਾਮ, ਕਿਸੇ ਨੇ ਹੋਰ ਕੰਮ ਨਹੀਂ ਹੋਣੇ, ਜਿੰਨੇ ਮਰਜ਼ੀ ਪੈਸੇ ਜੋੜ ਲੈ, ਜਿੰਨੇ ਮਰਜ਼ੀ ਠੱਗੀ ਠੋਰੀਆਂ ਕਰ ਲੈ, ਇਹਨਾਂ ਨੇ ਕੰਮ ਨਹੀਂ ਹੋਣੇ ਆ। ਮਿਲ ਸਾਧ ਸੰਗਤ ਭਜ ਕੇਵਲ ਨਾ, ਚੰਗੀ ਕੰਪਨੀ ਨਾ, ਕਾਮਲ ਮੁਰਸ਼ਿਦ ਦੀ ਕੰਪਨੀ ਜਾ, ਉਹ ਤੈਨੂੰ ਸਮਝਾਉਣਗੇ ਕਿ ਕਿਵੇਂ ਅੰਦਰ ਮਿਹਨਤ ਕਰਨੀ ਹੈ। ਕੇਵਲ ਭਜ ਨਾਮ, ਉਸ ਪਰਮਾਤਮਾ ਨੂੰ ਜਪ, ਮੈਡੀਟੇਸ਼ਨ ਕਰ, ਤਾਂ ਕਿ ਤੇਰੀ ਜ਼ਿੰਦਗੀ ਆਉਣ ਦਾ ਜਿਹੜਾ ਹੈਗਾ ਉਹ ਪਰਪਸ ਪੂਰਾ ਹੋ ਸਕੇ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਦਿਸ ਹਿਊਮਨ ਬੋਡੀ ਇਜ਼ ਦ ਟੈਂਪਲ ਆਫ ਲਿਵਿੰਗ ਗੋਡ, ਕਿ ਜਿਹੜਾ ਸਾਡਾ ਸਰੀਰ ਹੈ ਨਾ, ਇਹ ਜਿਉਂਦਾ ਪਰਮਾਤਮਾ ਦਾ ਮੰਦਰ ਹੈ, ਇਹਦੇ ਵਿੱਚ ਪਰਮਾਤਮਾ ਰਹਿੰਦਾ ਹੈ। ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਸੀਗਾ, ਹਰੀ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਕਿ ਜਿਹੜਾ ਸਾਡਾ ਹਰੀ ਮੰਦਰ, ਹਰੀ ਦਾ ਮੰਦਰ ਹੈ, ਮੰਦਰ ਕਹਿੰਦਾ ਮਨ ਦੇ ਅੰਦਰ, ਜਿਹੜਾ ਸਾਡਾ ਸਰੀਰ ਹੈ, ਇਹ ਸਰੀਰ ਕਿਹਾ, ਉਹ ਸਰੀਰ ਨਹੀਂ ਕਿਹਾ, ਆਹ ਜਿਹੜਾ ਸਾਡਾ ਸਰੀਰ ਹੈ ਇਹ ਹਰੀ ਮੰਦਰ ਹੈ, ਜਿੱਥੇ ਪਰਮਾਤਮਾ ਰਹਿੰਦਾ ਹੈ। ਇਹਦੇ ਵਿੱਚ ਕੀ ਹੈ? ਗਿਆਨ ਰਤਨ, ਹਰ ਚੀਜ਼ ਇਹਦੇ ਵਿੱਚ ਮਿਲੂਗੀ ਤੈਨੂੰ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਵੀ ਰੱਬ ਨੂੰ ਕਹਿੰਦੇ ਨੇ, ਰੱਬ ਦੇ ਬੜੇ ਨਾਂ ਨੇ, ਜਿਵੇਂ ਕਹਿੰਦੇ ਨੇ ਨਾ ਵੀ ਉਹ, ਮੈਨੂੰ ਹੁਣ ਭੁੱਲ ਗਈ ਗੱਲ, ਵੀ ਪਰਮਾਤਮਾ ਦੇ ਅਣਗਿਣਤ ਨਾਂ ਨੇ। ਕੋਈ ਗੋਬਿੰਦ ਕਹਿੰਦਾ ਹੈ, ਕੋਈ ਮਾਸਟਰ ਕਹਿੰਦਾ, ਕੋਈ ਫਾਦਰ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ ਨਾ, ਇਹਦੇ ਅਣਗਿਣਤ ਨਾਂ ਨੇ। ਸੋ ਇਸ ਤਰ੍ਹਾਂ ਬੁੱਲੇ ਸ਼ਾਹ ਕਹਿੰਦੇ ਨੇ, ਜਿਸ ਪਾਇਆ ਭੇਦ ਕਲੰਦਰ ਦਾ, ਪਰਮਾਤਮਾ ਦਾ ਜਿਹਨੇ ਵੀ ਭੇਦ ਪਾਇਆ, ਰਾਹ ਖੋਜਿਆ ਆਪਣੇ ਅੰਦਰ ਦਾ, ਉਹਨੂੰ ਆਪਣੇ ਅੰਦਰੋਂ ਹੀ ਰੱਬ ਲੱਭਣਾ ਪਊ, ਬਾਹਰ ਨਹੀਂ ਹੈ। ਕਿਉਂ ਭਟਕਤਾ ਫਿਰ ਰਹਾ ਤੂੰ ਹੈ ਤਲਾਸ਼ੇ ਯਾਰ ਮੇਂ, ਰਾਸਤਾ ਸ਼ਾਹ ਰਗ ਮੇਂ ਹੈ ਦਿਲ ਭਰ ਪੇ ਜਾਣੇ ਕੇ लिए। ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਹੈ, ਉਹ ਜਿਹੜਾ ਪਰਮਾਤਮਾ ਦਾ ਰਸਤਾ ਉਹ ਸਾਡੇ ਅੰਦਰ ਹੀ ਹੈ। ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ, ਪਲਟੂ ਸਾਹਿਬ ਨੇ ਕਿਹਾ ਸੀਗਾ, ਉਹ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ, ਕਹਿੰਦਾ ਪਰਮਾਤਮਾ ਕਰਦੇ, ਇੱਧਰ ਉੱਧਰ ਕਿਉਂ ਭਟਕਦਾ ਫਿਰਦਾ, ਪਰਮਾਤਮਾ ਦਾ ਤੇਰੇ ਅੰਦਰ ਹੈ। ਤੇ ਜੀਸਸ ਕ੍ਰਾਈਸਟ ਨੇ ਬੜੀ ਕਲੀਅਰ ਕਿਹਾ ਕਿ if thy eye be single, thy whole body shall be full of light, but we have to open that light. That light means that eye. If thy eye be single, the whole body shall be full of light. ਕਿ ਜੇ ਅਸੀਂ ਇੱਕ ਅੱਖ ਵਾਲੇ ਬਣ ਜਾਏ, 2 ਅੱਖਾਂ ਤਾਂ ਸਾਡੀਆਂ ਹੈਗੀਆਂ ਨਾ, ਇਹਦੇ ਅੰਦਰ ਥਰਡ ਤੇ ਜਿੱਥੇ ਲੋਕ ਬਿੰਦੀ ਲਾਉਂਦੇ ਨੇ, ਇਹ ਥਰਡ ਆਈ ਹੈ। ਜੇ ਕਦੇ ਇੱਥੇ ਆ ਕਹਿੰਦੇ if thy eye be single, ਜੇ ਇੱਕ ਅੱਖ ਵਾਲੇ ਬਣ ਗਏ ਨਾ, ਇੱਥੋਂ ਜਿਹੜਾ ਸਾਨੂੰ ਨੂਰ ਨਜ਼ਰ ਆਉਣਾ, ਇੱਥੋਂ ਜਿਹੜੀ ਪ੍ਰਕਾਸ਼ ਨਜ਼ਰ ਆਉਣਾ, ਤੇ ਫਿਰ ਸਾਨੂੰ ਪੂਰਾ ਸਾਡਾ ਸਰੀਰ ਉਹ ਰੱਬੀ ਨੂਰ ਦੇ ਨਾਲ ਭਰਿਆ ਹੋਊਗਾ, ਜਿਹਦਾ ਕੋਈ ਚੰਨ, ਸੂਰਜ ਜਾਂ ਚੰਦਰਮਾ ਮੁਕਾਬਲਾ ਨਹੀਂ ਕਰ ਸਕਦੇ, ਇੰਨਾ ਨੂਰ ਭਰ ਜਾਂਦਾ, ਉਹ ਇੰਨੀ ਠੰਡ ਪੈਦਾ ਹੁੰਦੀ ਹੈ। ਪਰ ਉਹ ਠੰਡ ਦੇਖਣ ਦੇ ਲਈ ਵੀ ਹੈਵ ਟੂ ਓਪਨ ਦੈਟ ਆਈ, ਸ਼ਿਵ ਨੇਤਰ ਖੋਲਣੇ ਪੈਣੇ ਨੇ, ਅੱਖਾਂ ਨਾਲ ਨਹੀਂ ਕੁਝ ਦੇਖ ਸਕਦੇ। ਜਿਵੇਂ ਕਿ ਅਸੀਂ ਨਾ ਹੱਥਾਂ ਬਾਝੋਂ ਚੱਲਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਕੋਈ ਸਮਥਿੰਗ ਹੈ ਗੁਰਬਾਣੀ ਦੀ, ਕਿ ਇਹਨਾਂ ਹੱਥਾਂ ਦੇ ਨਾਲ ਨਹੀਂ ਅਸੀਂ ਉੱਥੇ ਪਹੁੰਚ ਸਕਦੇ, ਇਹਨਾਂ ਪੈਰਾਂ ਨਾਲ ਨਹੀਂ ਪਹੁੰਚ ਸਕਦੇ, ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਸੇ ਤਰ੍ਹਾਂ ਜੀਸਸ ਕ੍ਰਾਈਸਟ ਨੇ ਇਸ ਤਾਕਤ ਦੇ ਬਾਰੇ ਕਿਹਾ, ਹੈਵਿੰਗ ਈਅਰਸ, ਕੰਨ ਹੋਣ, ਹੈਵਿੰਗ ਈਅਰਸ ਯੂ ਹੀਅਰ ਨਾਟ, ਫੇਰ ਵੀ ਨਹੀਂ ਸੁਣ ਸਕਦੇ। ਇਹ ਕੰਨ ਹੈਗੇ,
ਸਾਨੂੰ ਅੰਦਰਲੀ ਆਵਾਜ਼ ਨਹੀਂ ਸੁਣਦੀ। ਹੈਵਿੰਗ ਆਈਜ਼, ਅੱਖਾਂ ਹੈਗੀਆਂ, ਯੂ ਸੀ ਨਾਟ, ਵੀ ਇਹਨਾਂ ਕੰਨਾਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਤੁਸੀਂ ਨਾ ਉਹ ਰੱਬੀ ਧੁਨ ਨੂੰ ਸੁਣ ਸਕਦੇ ਹੋ, ਨਾ ਉਹ ਰੱਬੀ ਪ੍ਰਕਾਸ਼ ਨੂੰ ਦੇਖ ਸਕਦੇ ਹੋ। ਇਟ ਨੀਡਸ the inner eyes, ear to listen the divine melody and see the divine light। ਉਹ ਅੰਦਰਲੀਆਂ ਅੱਖਾਂ ਨੇ, ਉਹ ਅੰਦਰਲੇ ਕੰਨ ਨੇ, ਅੰਦਰਲੇ ਕੰਨਾਂ ਨਾਲ ਅਸੀਂ ਡਿਵਾਈਨ ਜਿਹੜਾ ਸਾਊਂਡ ਹੈ ਉਹ ਸੁਣਾਂਗੇ, ਅੰਦਰਲੀਆਂ ਅੱਖਾਂ ਨਾਲ ਉਹ ਡਿਵਾਈਨ ਜਿਹੜਾ ਪ੍ਰਕਾਸ਼ ਆ ਉਹਨੂੰ ਦੇਖਾਂਗੇ। ਸੋ ਇਸੇ ਕਰਕੇ ਮੈਡੀਟੇਸ਼ਨ ਕੀਤਾ ਜਾਂਦਾ ਹੈ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਕਨਸੈਂਟਰੇਸ਼ਨ ਬਣਾਉਂਦੇ ਹਾਂ, ਤਾਂ ਜਿਹੜੀ ਡੈਥ ਕੀ ਹੈ, ਡੈਥ ਦੇ ਵਿੱਚ ਹੌਲੀ ਹੌਲੀ ਸਾਡੇ ਪੈਰ ਠੰਡੇ ਹੋਣੇ ਸ਼ੁਰੂ ਹੁੰਦੇ, ਹੌਲੀ ਹੌਲੀ ਧੜ ਹੋ ਜਾਂਦਾ, ਫਿਰ ਲੱਤਾਂ ਹੁੰਦੀਆਂ, ਬਾਹਾਂ ਹੋ ਜਾਂਦੀਆਂ, ਫਿਰ ਜਦੋਂ ਕਹਿੰਦੇ ਇੱਥੋਂ ਸਾਡੀ ਅੱਖਾਂ ਦੇ ਉੱਤੇ ਨਿਕਲ ਕੇ ਆਤਮਾ ਨਿਕਲ ਜਾਂਦਾ ਸੀ, ਕਹਿੰਦੇ ਡੈਡ ਹੋ ਗਏ। ਪਰ ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਨੇ ਸਾਰਾ ਹਾਲ ਉਹੀ ਹੈ, ਪਰ ਜਿਹੜੀ ਉਹ ਆਤਮਾ ਹੈ ਨਾ ਉਹ ਨਿਕਲਦੀ ਨਹੀਂ, ਆਤਮਾ ਵਿੱਚ ਹੀ ਰਹਿੰਦੀ। ਸਾਨੂੰ ਲੱਗਦਾ ਵੀ ਅਸੀਂ ਮਰ ਗਏ, ਪਰ ਮਰੇ ਨਹੀਂ ਹੁੰਦੇ। ਉਹ ਜਦੋਂ ਆਤਮਾ ਨਿਕਲ ਜਾਂਦੀ ਹੈ, ਉੱਪਰੋਂ ਸੈਰ ਕਰਕੇ ਉੱਪਰੇ ਰੂਹਾਨੀ ਮੰਜ਼ਿਲਾਂ ਦੇ ਦੇਖ ਕੇ ਨਜ਼ਾਰੇ, ਫਿਰ ਵਾਪਸ ਸਰੀਰ 'ਚ ਆ ਜਾਂਦੀ ਹੈ ਨਾ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਬੀਰਾ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਨਹੀਂ ਭਾਈ ਸਾਹਿਬ ਕਿਸੇ ਨੇ ਆ ਕੇ ਦੱਸਣਾ ਵੀ ਤੁਸੀਂ ਚਲੇ ਗਏ ਸਵਰਗ 'ਚ ਚਲੇ ਗਏ, ਰੱਬ ਨੂੰ ਮਿਲ ਗਏ। ਉਹ ਜਿਉਂਦੇ ਜੀ ਮਰਨਾ ਪਊਗਾ ਤੁਹਾਨੂੰ। ਜਿਉਂਦੇ ਜੀ ਜਦੋਂ ਮਰ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਮੌਤ ਹੈਗੀ ਕੀ, ਫਿਰ ਤੁਹਾਨੂੰ ਚਾਅ ਚੜਿਆ ਰਹਿੰਦਾ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ, ਨੌਕ ਇਟ ਸ਼ੈਲ ਓਪਨ ਅਨਟੂ ਯੂ, ਸੀਕ ਯੂ ਸ਼ੈਲ ਫਾਈਂਡ। ਕਿ ਨੌਕ ਇਟ ਸ਼ੈਲ ਓਪਨ ਦਾ ਮਤਲਬ ਕਿ ਤੁਸੀਂ ਮੈਡੀਟੇਸ਼ਨ ਕਰੋ, ਮਿਹਨਤ ਕਰੋ, ਉਹਦਾ ਦਰਵਾਜ਼ਾ ਖੜਕਾਓ। ਜਦੋਂ ਮੈਡੀਟੇਸ਼ਨ ਕਰਦੇ ਹੋ, ਦਰਵਾਜ਼ਾ ਖੜਕਾਉਣੇ ਹੋ, ਸੀਕ ਐਂਡ ਯੂ ਸ਼ੈਲ ਫਾਈਂਡ, ਕਿ ਉਹ ਦਰਵਾਜ਼ਾ ਖੜਕਾਉਂਦੇ ਰਹੋ, ਇੱਕ ਨਾ ਇੱਕ ਦਿਨ ਤੁਹਾਡਾ ਉਹ ਦਰਵਾਜ਼ਾ ਖੁੱਲ ਜਾਏਗਾ ਤੇ ਤੁਹਾਨੂੰ ਅੰਦਰੋਂ ਨੂਰੀ ਪ੍ਰਕਾਸ਼, ਉਸ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਹੋ ਜਾਣਗੇ। ਇੱਕ ਗੱਲ ਬਾਈਬਲ ਦੇ ਵਿੱਚ ਜਦੋਂ ਮੈਂ ਪੜ੍ਹੀ, ਥੋੜੀ ਜਿਹੀ ਲੱਗਦਾ ਵੀ ਇਹ ਬਾਈਬਲ 'ਚ ਲਿਖੀ ਵੀ ਨਹੀਂ ਹੈ, ਪਰ ਇਹ ਲਿਖੀ ਵੀ ਹੈ, ਪਰ ਇਹਦਾ ਮਿਸਟਿਕ ਮੀਨਿੰਗ ਡਿਫਰੈਂਟ ਹੈ। ਬਾਈਬਲ ਦੇ ਵਿੱਚ ਲਿਖਿਆ, think not that I come to send peace on earth, but a sword. I have to detach you from each other। ਇਹਦਾ ਮਤਲਬ ਕੀ ਹੈ ਕਿ ਬਾਈਬਲ ਦੇ ਅੰਦਰ ਲਿਖਿਆ ਹੈ ਕਿ ਜੀਸਸ ਕ੍ਰਾਈਸਟ ਕਹਿੰਦੇ ਨੇ ਕਿ ਮੈਂ ਇੱਥੇ ਧਰਤੀ ਦੇ ਉੱਤੇ ਹਾਰਮਨੀ, ਪੀਸ ਨਹੀਂ ਦੇਣ ਆਇਆ ਕਿ ਭਰਾ ਨੂੰ ਭਰਾ ਨਾਲ ਮਿਲਾ ਦਿਓ, ਪਿਆਰ ਵਧੇ ਫੈਮਿਲੀ ਦੇ ਵਿੱਚ। ਕਹਿੰਦਾ ਮੈਂ ਤਾਂ ਤਲਵਾਰ ਦੇਣ ਆਇਆ। ਹੁਣ ਹਾਲਾ ਕੋਈ ਤਾਂ ਲੜਾਉਣ ਆਇਆ ਜੀਸਸ ਕ੍ਰਾਈਸਟ, ਇਹ ਤਾਂ ਗੱਲ ਗਲਤ ਹੈ। ਹੁਣ ਇਹਦਾ ਮਤਲਬ ਸਮਝੋ ਕੀ ਮਤਲਬ ਹੈ। ਤਲਵਾਰ ਨਾਲ ਕੀ ਕਹਿੰਦਾ, ਕਹਿੰਦਾ I have come to detach you from each other, ਕਿ ਮੈਂ ਦੂਜਿਆਂ ਨਾਲੋਂ, ਹਰੇਕ ਨਾਲੋਂ ਤੁਹਾਨੂੰ ਤੋੜਨਾ ਚਾਹੁੰਦਾ। ਕਿਉਂਕਿ ਜਿੰਨਾ ਚਿਰ ਸਾਡਾ ਦੁਨੀਆ ਦੇ ਨਾਲ ਲਗਾਵ ਲੱਗਿਆ ਰਹੇਗਾ, ਉਨਾ ਚਿਰ ਅਸੀਂ ਪਰਮਾਤਮਾ ਨਾਲ ਲਗਾਵ ਨਹੀਂ ਲੱਗਦੇ। ਜਦੋਂ ਸਾਡਾ ਦੁਨੀਆ ਨਾਲ ਰਿਸ਼ਤੇ ਟੁੱਟ ਜਾਂਦੇ ਨੇ, ਸਾਨੂੰ ਹਕੀਕਤ ਪਤਾ ਲੱਗ ਜਾਂਦੀ ਹੈ ਕਿ ਨਾ ਕੋਈ ਧੀ ਹੈ, ਨਾ ਕੋਈ ਪੁੱਤਰ ਹੈ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਕੋਈ ਹਸਬੈਂਡ ਹੈ। ਇਹ ਸਭ ਲੈਣ ਦੇਣ ਦੇ ਗਰਜਾਂ ਦੇ ਸੰਬੰਧ ਨੇ। ਪਹਿਲਾਂ ਕੌਣ ਸੀ, ਇਸ ਤੋਂ ਪਹਿਲਾਂ ਸਾਡਾ ਪਿਓ ਕੌਣ ਸੀ, ਤੇ ਬਾਅਦ 'ਚ ਕੌਣ, ਉਹ ਸਾਨੂੰ ਕਿਸੇ ਨੂੰ ਨਹੀਂ ਪਤਾ। ਜਿੰਨਾ ਚਿਰ ਸਾਡਾ ਇਸ ਦੁਨੀਆ ਦੇ ਵਿੱਚ ਸਾਡੇ ਸਾਹ ਚੱਲਦੇ ਨੇ, ਸਾਡੇ ਰਿਸ਼ਤੇ ਬਣੇ ਨੇ, ਤੇ ਅਸੀਂ ਰਿਸ਼ਤਿਆਂ ਦੀ ਗੇਮ ਦੇ ਵਿੱਚ ਇੰਨਾ ਉਲਝ ਜਾਂਦੇ ਹਾਂ ਕਿ ਪਰਮਾਤਮਾ ਦਾ ਨਾਂ ਲੈਣਾ ਹੀ ਭੁੱਲ ਜਾਂਦੇ ਹਾਂ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ, I have come to detach you from each other, ਕਿ ਮੈਂ ਇੱਕ ਦੂਜਿਆਂ ਨਾਲੋਂ ਤੋੜਨਾ ਆਉਣਾ। ਜਿਸ ਤਰ੍ਹਾਂ ਇਹਦਾ ਜਿਵੇਂ ਰੂਹਾਨੀ ਦਾ ਫਾਰਮੂਲਾ ਹੈ, ਅਟੈਚਮੈਂਟ ਐਂਡ ਡਿਟੈਚਮੈਂਟ, ਕਿ ਇੱਕ ਪਾਸੇ ਜਿੱਥੇ ਸਾਡੀ ਹੁਣ ਅਟੈਚਮੈਂਟ ਕੀ ਹੈ, ਦੁਨੀਆ ਦੀਆਂ ਗੱਲਾਂ ਹੈ, ਟੀਵੀ ਦੇਖਦੇ ਹਾਂ, ਸ਼ੋਅ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਫੋਨ ਚੱਕ ਕੇ ਚੁਗਲੀਆਂ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਰੋਟੀ ਕਮਾਉਣੇ ਆ, ਮਕਾਨ ਲੈ ਲੈ, ਵੱਡੀਆਂ ਹਵੇਲੀਆਂ ਕਰਦੇ, ਇਹ ਸਾਡੀ ਅਟੈਚਮੈਂਟ ਹੈ, ਜਿਹੜਾ ਕਿ ਕਦੇ ਕਿਸੇ ਦੇ ਕੰਮ ਨਹੀਂ ਆਉਂਦੀ। ਇਹਦੇ ਨਾਲੋਂ ਸਾਨੂੰ ਡਿਟੈਚ ਹੋਣਾ ਪਊਗਾ। ਜਿਸ ਤਰ੍ਹਾਂ ਇੱਕ ਲੜਕੀ ਹੁੰਦੀ ਹੈ, ਵਿਆਹ ਤੋਂ ਪਹਿਲਾਂ ਉਹ ਆਪਣੀਆਂ ਫਰੈਂਡਸ ਨਾਲ ਖੇਡਦੀ ਹੈ, ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੈ। ਜੇ ਉਹਨੂੰ ਕਹੋ ਵੀ ਤੇਰੀ ਤਾਂ ਹੁਣ 10 ਦਿਨਾਂ ਨੂੰ ਸ਼ਾਦੀ ਹੋਣੀ ਹੈ, ਡਾਲਰ ਨਾਲ ਖੇਡਣਾ ਬੰਦ ਕਰ ਦੇ, ਕਦੇ ਨਹੀਂ ਕਰਦੀ। ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ, ਉਹਦੇ ਆਪਣੇ ਹਸਬੈਂਡ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਸੱਸ ਸਹੁਰੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਆਪਣੇ ਮਾਂ-ਬਾਪ ਨੂੰ ਭੁੱਲ ਜਾਂਦੀ ਹੈ। ਉਦੋਂ ਉਹਨੂੰ ਆਨੰਦ ਸਹੁਰਿਆਂ 'ਚ ਆਉਣ ਲੱਗ ਜਾਂਦਾ, ਹਸਬੈਂਡ 'ਚ ਆਉਣ ਲੱਗਦਾ। ਸੇਮ ਗੱਲ ਇਹ ਹੈ, ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਸਾਨੂੰ ਜਿਹੜਾ ਆਨੰਦ ਆ ਉਹ ਅੰਦਰਲਾ ਆਉਣਾ ਸ਼ੁਰੂ ਹੋ ਜਾਂਦਾ। ਫਿਰ ਅਸੀਂ ਟੂਵੀ ਦੇ ਡਰਾਮਿਆਂ ਦੀ ਪਰਵਾਹ ਨਹੀਂ ਕਰਦੇ, ਫਿਰ ਅਸੀਂ ਇਹ ਨਹੀਂ ਪਰਵਾਹ ਕਰਦੇ ਵੀ ਸਾਰਾ ਦਿਨ ਕਿਸੇ ਦਾ ਫੋਨ ਹੀ ਨਹੀਂ ਆਉਂਦਾ। ਨਹੀਂ ਆਉਂਦਾ, ਵਧੀਆ ਗੱਲ ਹੈ। ਜੇ ਇਕੱਲੇ ਰਹੋਗੇ ਤਾਂ ਹੀ ਰੱਬ ਨੂੰ ਯਾਦ ਕਰੋਗੇ, ਨਹੀਂ ਤਾਂ ਫੋਨ ਤੇ ਚੁਗਲੀਆਂ ਜਿੰਨੀਆਂ ਮਰਜ਼ੀ ਕਰ ਲਓ। ਫੋਨ ਚੱਕਦੇ ਹਾਂ, ਪੰਜਾਬ 'ਚ ਕੀ ਹੋ ਗਿਆ, ਕਿਹੜੀ ਸਰਕਾਰ ਬਣ ਗਈ, ਚੰਨੀ ਨੇ ਕੀ ਕਿਹਾ, ਸਿੱਧੂ ਨੇ ਕੀ ਕਿਹਾ, ਬਾਦਲ ਨੇ ਕੀ ਕਿਹਾ, ਸੰਯੁਕਤ ਮੋਰਚੇ ਕੀ ਕਿਹਾ, ਇਹੋ ਜਿਹੀਆਂ ਫਜ਼ੂਲ ਗੱਲਾਂ ਤੁਹਾਡੇ ਕੀ ਕੰਮ ਆਉਣੀਆਂ ਨੇ, ਇਹ ਇੱਥੇ ਹੀ ਰਹਿ ਜਾਣੀਆਂ ਨੇ। ਜਿਹੜੀ ਚੀਜ਼ ਨੇ ਕੰਮ ਆਉਣਾ ਉਹ ਤੁਹਾਡੇ ਅੰਦਰ ਹੈ। ਅੰਦਰ ਮਿਹਨਤ ਕਰੋ, ਜਦੋਂ ਤੁਸੀਂ ਅੰਦਰ ਮਿਹਨਤ ਕਰੋ ਤੁਸੀਂ ਆਪਣੇ ਆਪ ਖੁਸ਼ ਰਹੋਗੇ। ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀ, think that I come to send peace, ਕਿ ਮੈਂ ਇਹ ਨਾ ਸੋਚੋ, think not that I come here to give you peace, rather I gave you a sword to detach you from each other, ਕਿ ਤੁਸੀਂ ਡਿਟੈਚ ਕਰੋ ਆਪਣੇ ਆਪ ਨੂੰ, ਦੁਨੀਆ ਨਾਲੋਂ ਅਲੱਗ ਹੋ ਕੇ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਸੋ ਇਸੇ ਕਰਕੇ
जीसस क्राइस्ट ने बाइबल के अंदर एक होर लिखा है कि एज लॉन्ग एज आई एम इन द वर्ल्ड आई एम द लाइट ऑफ दिस वर्ल्ड। एज लॉन्ग एज आई एम इन द वर्ल्ड, क्योंकि मैं पढ़ी है साडे कंपैरेटिव रिलीजन ਦੇ ਵਿੱਚ ਬਾਈਬਲ ਨੂੰ ਬੜੇ ਵਾਰੀ ਪੜ੍ਹਨ ਦਾ ਮੌਕਾ ਮਿਲਿਆ, ਜੋ ਠੰਡੇ ਦਿਲ ਨਾਲ ਸੋਚਦੇ ਆ ਉਹਨੇ ਕਹਿੰਦੇ ਐਜ਼ ਲੌਂਗ ਐਜ਼ ਆਮ ਇਨ ਦਾ ਵਰਲਡ, ਕਿ ਜਿਹੜਾ ਸਰੀਰ ਹੈ ਜੀਸਸ ਕ੍ਰਾਈਸਟ ਹੈ, ਕਹਿੰਦਾ ਜਿੰਨਾ ਚਿਰ ਮੈਂ ਹੈਗਾ ਆਮ ਦਾ ਲਾਈਟ ਆਫ ਦਾ ਵਰਲਡ, ਜਦੋਂ ਮੈਂ ਚਲਿਆ ਗਿਆ ਫਿਰ ਜਿਹੜਾ ਕੋਈ ਹੋਰ ਆਊਗਾ ਜਿਹਦੀ ਪਰਮਾਤਮਾ ਨਾਲ ਲਿਵ ਜੁੜੀ ਹੋਊਗੀ ਉਹ ਤੁਹਾਨੂੰ ਗਿਆਨ ਦੇਊਗਾ। ਇਹ ਨਹੀਂ ਵੀ ਜਿਹੜੇ ਡੈਡ ਬੋਡੀਜ਼ ਹੋ ਗਈਆਂ ਮਰ ਗਏ ਤੁਸੀਂ ਅੱਜ ਰਾਮਚੰਦਰ ਜੀ ਤੋਂ ਫਾਇਦਾ ਲੈ ਲਓਗੇ। ਹਾਂ ਟੀਚਿੰਗਸ ਪੜ੍ਹੋ, ਸ਼ਾਇਦ ਥੋੜਾ ਮੋਟਾ ਫਾਇਦਾ ਹੋ ਜੇ, ਪਰ ਉਹਨਾਂ ਨੂੰ ਜਗੂ ਉਲਝਣ ਹੋਊਗੀ, ਉਹਨਾਂ ਨੇ ਤੁਹਾਨੂੰ ਆ ਕੇ ਨਹੀਂ ਦੱਸਣਾ। ਪ੍ਰੈਜੈਂਟ ਮਾਸਟਰ, ਜਿਸ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਪ੍ਰੈਜੈਂਟ ਟੀਚਰ ਦਾ ਹੋਣਾ ਜ਼ਰੂਰੀ ਹੈ, ਕੋਈ ਬਿਮਾਰੀ ਲੱਗਦੀ ਹੈ ਪ੍ਰੈਜੈਂਟ ਡਾਕਟਰ ਦਾ ਹੋਣਾ ਜ਼ਰੂਰੀ ਹੈ, ਸੋ ਇਸੇ ਤਰ੍ਹਾਂ ਹੀ ਪ੍ਰੈਜੈਂਟ ਗੁਰੂ ਦਾ ਹੋਣਾ ਜ਼ਰੂਰੀ ਹੈ। ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਐਜ਼ ਲੌਂਗ ਐਜ਼ ਆਮ ਇਨ ਦਾ ਵਰਲਡ ਆਮ ਦਾ ਲਾਈਟ ਆਫ ਦਾ ਵਰਲਡ। ਫਿਰ ਜੀਸਸ ਕ੍ਰਾਈਸਟ ਕੀ ਕਹਿੰਦੇ ਨੇ, ਡੋਂਟ ਜੱਜ ਐਂਡ ਕੰਡੈਮ ਅਦਰਸ। ਇੱਕ ਵਧੀਆ ਗੱਲ ਕਹੀ ਹੈ ਕਿ ਕਿਸੇ ਦੇ ਬਾਰੇ ਜੱਜਮੈਂਟ ਨਾ ਕਰੋ ਵੀ ਇਹ ਤਾਂ ਪਾਠ ਨਹੀਂ ਕਰਦਾ, ਇਹ ਠੱਗ ਹੈ, ਠੋਰ ਹੈ, ਇਹ ਬਦਮਾਸ਼ ਹੈ, ਕੀ ਹੈ, ਚੰਗਾ ਨਹੀਂ ਹੈ, ਮਾੜਾ ਹੈ। ਤੁਹਾਨੂੰ ਡੋਂਟ ਕੰਡੈਮ ਐਜ਼ ਵੈਲ ਐਜ਼ ਡੋਂਟ ਜੱਜ ਅਦਰਸ। ਕਿਸੇ ਦੇ ਬਾਰੇ ਜੱਜਮੈਂਟ ਨਾ ਦਿਓ। ਜੋ ਜੱਜਮੈਂਟ ਦੇਣੀ ਹੈ ਤਾਂ ਜੱਜ ਯੋਰਸੈਲਫ, ਨੋ ਥਾਈ ਸੈਲਫ। ਆਪਣੇ ਅੰਦਰ ਝਾਤੀ ਮਾਰੋ ਕਿ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆ ਉਂਗਲਾਂ ਚਾਰ ਆਪਣੇ ਕੰਨੇ ਜਾਂਦੀਆਂ। ਇਹੀ ਬਾਈਬਲ ਦੇ ਵਿੱਚ ਕਿਹਾ ਹੈ ਕਿ ਰਾਦਰ ਤੁਸੀਂ ਆਪਣੇ ਆਪ ਨੂੰ ਜੱਜ ਕਰੋ, ਤੇ ਜਿੰਨੀਆਂ ਸਾਡੇ 'ਚ ਕਮੀਆਂ ਨੇ ਉਹ ਬਾਹਰ ਤਾਂ ਅਸੀਂ ਮੰਨਦੇ ਨਹੀਂ ਪਰ ਅੰਦਰ ਅਸੀਂ ਮੰਨ ਸਕਦੇ ਹਾਂ। ਇਸ ਕਰਕੇ ਆਪਣੀਆਂ ਕਮੀਆਂ ਨੂੰ ਪਰਮਾਤਮਾ ਦੇ ਅੱਗੇ ਫਰਿਆਦ ਕਰੋ, ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਸੈਟਲ ਯੂਅਰ ਪ੍ਰੀਵੀਅਸ ਡੀਡਸ, ਰਿਪੈਂਟ, ਕਿੰਗਡਮ ਆਫ ਗॉड ਇਜ਼ ਵਿਦਨ ਯੂ। ਕੀ ਕਹਿੰਦਾ, ਸੈਟਲ ਯੂਅਰ ਪ੍ਰੀਵੀਅਸ ਡੀਡਸ। ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਲਿਖਿਆ ਹੈ ਕਿ ਸੈਟਲ ਯੂਅਰ ਪ੍ਰੀਵੀਅਸ ਡੀਡ, ਜਿੰਨੇ ਤੁਸੀਂ ਪੁਰਾਣੇ ਪੁੱਠੇ ਸਿੱਧੇ ਕੰਮ ਕੀਤੇ ਨੇ ਸੈਟਲ, ਉਹਨਾਂ ਨੂੰ ਸੈਟਲ ਕਰੋ। ਕਿਵੇਂ ਕਰੋਗੇ, ਰਿਪੈਂਟ, ਪਛਤਾਪ ਕਰੋ ਕਿ ਮੇਰੇ ਤੋਂ ਗਲਤੀਆਂ ਹੋ ਗਈਆਂ। ਰਿਪੈਂਟ, ਕਿੰਗਡਮ ਆਫ ਗॉड ਇਜ਼ ਵਿਦਨ ਯੂ, ਕਿ ਉਹ ਪ੍ਰਮਾਤਮਾ ਤੁਹਾਡੇ ਅੰਦਰ ਹੈ, ਉਹਦੇ ਕੋਲੋਂ ਜਾ ਕੇ ਅੰਦਰੋਂ ਸੱਚੇ ਦਿਲੋਂ ਮਾਫੀ ਮੰਗੋ ਕਿ ਮੇਰੇ ਤੋਂ ਆਹ ਗਲਤੀਆਂ ਹੋਈਆਂ, ਮੈਨੂੰ ਬਖਸ਼ ਦੇ। ਤੇ ਨਾਲ ਹੀ ਉਹਨੇ ਕਿਹਾ ਸਿਨ ਨੋ ਮੋਰ, ਸਿਨ ਨੋ ਮੋਰ। ਜੇ ਗਲਤੀਆਂ ਮੰਨਦੇ ਆ ਤੇ ਨਾਲ ਇਹ ਵੀ ਕਹੋ ਕਿ ਮੈਂ ਅੱਗੇ ਤੋਂ ਉਹੀ ਜਿਹੀ ਗਲਤੀ ਨਹੀਂ ਕਰਨੀ। ਉਹੀ ਜਿਹੀਆਂ ਗਲਤੀਆਂ ਦਾ ਕੀ ਫਾਇਦਾ, ਗਲਤ ਮਾਫੀਆਂ ਵੀ ਮੰਗੀ ਜਾਂਦੇ ਆ ਫੇਰ ਵੀ ਗਲਤੀਆਂ ਕਰੀ ਜਾਂਦੇ ਆ। ਜਿਵੇਂ ਕੋਈ ਸ਼ਰਾਬੀ ਬੰਦਾ ਹੁੰਦਾ ਵੀ ਮੈਂ ਨਹੀਂ ਕੱਲ ਤੋਂ ਪੀਣੀ, ਜਦੋਂ ਕੱਲ ਆ ਗਈ ਚਲ ਅੱਜ ਦਾ ਪੀ ਲੈਣੇ, ਕੱਲ ਤੋਂ ਨਹੀਂ ਪੀਣੀ, ਕੱਲ ਨੂੰ ਆ ਗਿਆ ਕੱਲ ਤੋਂ ਨਹੀਂ ਪੀਣੀ, ਸੋ ਉਹਦਾ ਕੋਈ ਫਾਇਦਾ ਨਹੀਂ। ਸੋ ਜੀਸਸ ਕ੍ਰਾਈਸਟ ਨੇ ਬੜੀ ਕਲੀਅਰ ਦੱਸੀ, ਬੜੀ ਇੰਪੋਰਟੈਂਟ ਗੱਲ ਹੈ ਕਿ ਸੈਟਲ ਯੂਅਰ ਪ੍ਰੀਵੀਅਸ ਡੀਡਸ। ਆਪਣੇ ਪੁਰਾਣੇ ਜਿੰਨੇ ਵੀ ਕਰਮ ਪੁੱਠੇ ਸਿੱਧੇ ਕੀਤੇ ਨੇ ਉਹਨਾਂ ਨੂੰ ਸੈਟਲ ਕਰੋ। ਕਿਵੇਂ ਕਰੋਗੇ, ਰਿਪੈਂਟ, ਪਛਤਾਪ ਕਰੋ। ਕਿਹਦੇ ਕੋਲੋਂ, ਕਿੰਗਡਮ ਆਫ ਗॉड ਇਜ਼ ਵਿਦਨ ਯੂ। ਪਰਮਾਤਮਾ ਤੁਹਾਡੇ ਅੰਦਰ ਹੈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਅੰਦਰ ਬੈਠ ਕੇ ਪਰਮਾਤਮਾ ਕੋਲੋਂ ਮਾਫੀ ਮੰਗੋ, ਪਛਤਾਪ ਕਰੋ ਕਿ ਮੈਂ ਜਿੰਨੇ ਬੁਰੇ ਕਰਮ ਕੀਤੇ ਨੇ ਉਹ ਅੱਗੇ ਤੋਂ ਨਹੀਂ ਕਰੂੰਗਾ। ਐਂਡ ਸਿਨ ਨੋ ਮੋਰ, ਤੇ ਅੱਗੇ ਤੋਂ ਉਹ ਜੇ ਕੰਮ ਨਹੀਂ ਕਰਨੇ, ਜੇ ਫਿਰ ਉਹੀ ਜੇ ਕੰਮ ਕਰੋਗੇ ਫਿਰ ਉਹ ਮਾਫੀ ਨਹੀਂ ਮਿਲਣੀ ਤੁਹਾਨੂੰ। ਸੋ ਇਸੇ ਕਰਕੇ ਦੇਖੋ ਨਾ, ਇੱਕ ਛੋਟੀ ਜਿਹੀ ਐਗਜ਼ਾਮਪਲ ਜਿਹੜੀ ਬੁੱਲੇ ਸ਼ਾਹ ਨੇ ਦਿੱਤੀ ਸੀ। ਜਦੋਂ ਕੁੜੀਆਂ ਦੀ ਸ਼ਾਦੀ ਹੁੰਦੀ ਹੈ, ਜਿਸ ਦਿਨ ਸ਼ਾਦੀ ਹੁੰਦੀ ਹੈ ਉਹ ਆਪਣੇ ਪੇਕਿਆਂ ਦੇ ਘਰ ਹੁੰਦੀ ਹੈ, ਮਾਂ-ਬਾਪ ਦੇ ਘਰ, ਉਹਨੂੰ ਕੀ ਕਰਦੇ ਨੇ, ਪੂਰਾ ਸ਼ਿੰਗਾਰਦੇ ਨੇ। ਅੱਜ ਕੱਲ੍ਹ ਹੋਰ ਤਰ੍ਹਾਂ ਦਾ ਸ਼ਿੰਗਾਰ ਆ, ਬਿਊਟੀ ਪਾਰਲਰ ਕੋਲੇ ਜਾਂਦੇ ਆ, ਮੱਥੇ ਤੇ ਟਿੱਕਾ ਲਗਾ, ਬਾਹਾਂ 'ਚ ਪਾ, ਲੱਤਾਂ 'ਚ ਪਾ, ਝਾਂਜਰਾਂ ਪਾ, ਕੱਪੜੇ ਵਧੀਆ ਸਵਾ, ਹੋਰ ਕਰ, ਪੂਰਾ ਜਦੋਂ ਉਹਨੂੰ ਸੰਵਾਰ ਦਿੰਦੇ ਆ, ਪੂਰੀ ਉਹ ਸੱਜ ਜਾਂਦੀ ਹੈ। ਫਿਰ ਅਸੀਂ ਮਾਂ-ਬਾਪ ਕੀ ਕਰਦੇ ਨੇ, ਉਹਦਾ ਆਪਣਾ, ਉਹ ਕੁੜੀ ਦਾ, ਆਪਣੀ ਬੇਟੀ ਦਾ ਹੱਥ ਦੂਸਰੇ ਮੁੰਡੇ ਨੂੰ ਫੜਾਉਂਦੇ ਵੀ ਆ ਲੈ ਸਹੁਰੇ ਜਾ, ਹੁਣ ਤੇਰਾ ਉੱਥੇ ਜਾ ਕੇ ਤੈਨੂੰ ਖੁਸ਼ੀ ਮਿਲੂਗੀ। ਸੋ ਉਸੇ ਤਰ੍ਹਾਂ ਬੁੱਲੇ ਸ਼ਾਹ ਨੇ ਕਿਹਾ ਪੌਂ ਮੇ ਝਾਂਜਰ ਪ੍ਰੇਮ ਕੀ। ਇਹ ਕਿਹੜੀ ਰੂਹਾਨੀ ਦੀ ਗੱਲ ਕਰਦੇ, ਪ੍ਰੇਮ, ਪਾਉ ਮੇ ਝਾਂਜਰ ਪ੍ਰੇਮ ਕੀ, ਪੈਰਾਂ ਦੇ ਵਿੱਚ ਜਿਹੜੀ ਝਾਂਜਰ ਪਾਉਣੀ ਆ ਪ੍ਰੇਮ ਦੀ ਪਾਓ। ਗਲੇ ਮੇ ਸਿਦਕ ਕਾ ਹਾਰ, ਜਿਹੜਾ ਸਿਦਕ ਹੁੰਦਾ, ਕੰਟੈਂਟਮੈਂਟ ਹੁੰਦੀ ਆ, ਉਹ ਗਲੇ ਵਿੱਚ ਪਾਓ। ਸਬਰ ਕੇ ਕੰਗਣ ਪਾਏ ਕੇ, ਸਬਰ ਸੰਤੋਖ, ਸਬਰ ਕੇ ਕੰਗਣ ਪਾਏ ਕੇ ਪਹੁੰਚਾ ਜਾਰ ਕੇ ਦਵਾਰ। ਇਹ ਜਿਹੜੀਆਂ ਤਿੰਨ ਚੀਜ਼ਾਂ ਨੇ, ਪ੍ਰੇਮ, ਸਿਦਕ, ਸਬਰ, ਇਹਦੇ ਨਾਲ ਤੁਸੀਂ ਯਾਰ ਦੇ ਦਰਵਾਜ਼ੇ ਦੇ ਉੱਤੇ, ਯਾਰ ਦੇ ਕੋਲੇ ਪਹੁੰਚ ਜਾਓਗੇ। ਕਿਉਂਕਿ ਯਾਰ ਕਿਹਨੂੰ ਕਹਿੰਦੇ ਨੇ, ਮੁਰਸ਼ਿਦ ਨੂੰ ਕਹਿੰਦੇ ਨੇ। ਫਿਰ ਮੈਂ ਰਿਪੀਟ ਕਰਦਾ, ਪਾਉ ਮੇ ਝਾਂਜਰ ਪ੍ਰੇਮ ਕੀ, ਗਲੇ ਮੇ ਸਿਦਕ ਕਾ ਹਾਰ, ਸਬਰ ਕੇ ਕੰਗਣ ਪਾਏ ਕੇ ਪਹੁੰਚਾ ਯਾਰ ਕੇ ਦਵਾਰ, ਬੁੱਲੇ ਨਦਰ ਯਾਰ ਕੀ ਤਬ ਪਾਇਆ ਕਰਤਾਰ। ਜਦੋਂ ਫਿਰ ਕਾਮਲ ਮੁਰਸ਼ਿਦ ਦੀ ਨਜ਼ਰ ਹੋ ਜਾਂਦੀ ਹੈ ਵੀ ਇਹ ਤਾਂ ਹੁਣ ਪੂਰਾ ਇਹਦੇ ਵਿੱਚ ਸਿਦਕ ਵੀ ਆ ਗਿਆ, ਪ੍ਰੇਮ ਵੀ ਆ ਗਿਆ, ਸਬਰ ਵੀ ਆ ਗਿਆ, ਸੰਤੋਖ ਵੀ ਆ ਗਿਆ, ਮਿਹਨਤ ਵੀ ਕਰਦਾ, ਫਿਰ ਉਹ ਕੀ ਕਰਦਾ, ਉਹ ਪਰਮਾਤਮਾ ਨਾਲ ਮਿਲਾ ਦਿੰਦਾ। ਸੋ ਇਸ ਕਰਕੇ ਉਦੋਂ ਪਰਮਾਤਮਾ ਨਾਲ ਮਿਲਾਂਗੇ ਜਦੋਂ ਸਾਡੇ 'ਚ ਗੁਣ ਆ ਜਾਣਗੇ, ਕਾਮਲ ਮੁਰਸ਼ਿਦ ਤੇ ਦੂਜੀ ਸਾਡੀ ਮਿਹਨਤ। ਤੈਨੂੰ ਜੋ ਵੀ ਮਿਲੇਗਾ, ਬਾਈਬਲ ਦੇ ਵਿੱਚ ਕਿਹਾ ਕਿ ਤੈਨੂੰ ਜੋ ਵੀ ਮਿਲੇਗਾ तुम्हारे विश्वास के अनुसार ही मिलेगा। जिन्ना ज्यादा ਅਸੀਂ ਵਿਸ਼ਵਾਸ ਕਰਦੇ ਆ ਨਾ ਉਹਦੇ ਮੁਤਾਬਕ ਸਾਨੂੰ ਮਿਲਦਾ ਹੈ।
ਜਦੋਂ ਵਿਸ਼ਵਾਸ ਸਾਡਾ ਡਾਵਾਂਡੋਲ ਹੈ, ਰਾਧਾ ਸੁਆਮੀ ਹੋ ਕੇ ਉੱਥੇ ਡੇਰੇ ਵੀ ਗੇੜੇ ਮਰੀ ਜਾਂਦੇ ਆ, ਦੂਜੇ ਰਾਧਾ ਸੁਆਮੀ ਦੇ ਰਾਧਾ ਸੁਆਮੀ 25 ਕਿਸਮ ਦੇ ਨੇ, ਮੰਦਰ 'ਚ ਵੀ ਜਾਂਦੇ ਆ, ਗੁਰਦੁਆਰੇ 'ਚ ਵੀ ਜਾਂਦੇ ਆ, ਗੁਰਦੁਆਰੇ ਵਾਲੇ ਮੰਦਰ 'ਚ ਵੀ ਜਾਂਦੇ ਨੇ। ਜਿੰਨਾ ਚਿਰ ਤੱਕ ਸਾਨੂੰ ਆਪਣੇ ਕਾਮਲ ਮੁਰਸ਼ਿਦ ਦੇ ਵਿੱਚ ਪੂਰਨ ਸਾਡਾ ਯਕੀਨ ਹੀ ਨਹੀਂ ਪਰਮਾਤਮਾ ਦੇ ਵਿੱਚ, ਅਸੀਂ ਅਰਜ਼ੋਈ ਕਰਦੇ ਆ, ਬੇਨਤੀ ਕਰਦੇ ਆ। ਤੇ ਪਹਿਲੀ ਗੱਲ ਤਾਂ ਅਸੀਂ ਬਿਜ਼ਨਸ ਕਰਦੇ ਆ ਵੀ ਸੱਚੇ ਪਾਤਸ਼ਾਹ ਮੈਨੂੰ ਲਾਟਰੀ ਨਿਕਲਿਆ ਵੇ, ਮੈਂ ਤੈਨੂੰ ਨਾ $1,00,000 ਦਾ ਮੰਦਰ ਬਣਾ ਦੂੰਗਾ। ਵਪਾਰ ਹੋ ਗਿਆ ਨਾ, ਬਿਜ਼ਨਸ। ਕੋਈ ਵੀ ਚੀਜ਼ ਹੈ ਅਸੀਂ ਡਿਮਾਂਡ ਕਰਦੇ ਹਾਂ ਵੀ ਜੇ ਇਹਨੂੰ ਨਾ ਕੁਝ ਦਿੱਤਾ ਨਾ ਤਾਂ ਫਿਰ ਇਹਨੇ ਮੈਨੂੰ ਦੇਣਾ ਨਹੀਂ। ਇਹਨਾਂ ਨੇ ਸਮਝ ਰੱਖਿਆ ਵੀ ਇਹ ਹਿੰਦੁਸਤਾਨ ਦੀ ਗੌਰਮੈਂਟ ਹੈ, ਪਹਿਲਾਂ ਕੁਝ ਦੇਣਾ ਪਊਗਾ ਫੇਰ ਹੀ ਮਿਲੂਗਾ। ਪਰਮਾਤਮਾ ਦੇ ਘਰ 'ਚ ਰਿਸ਼ਵਤ ਨਹੀਂ ਚੱਲਦੀ, ਵਿਸ਼ਵਾਸ ਚੱਲਦਾ। ਦੇਖੋ ਜੀਸਸ ਕ੍ਰਾਈਸਟ ਦੇ ਵਿੱਚ 2-3 ਸਾਖੀਆਂ ਹੁੰਦੀਆਂ ਨੇ, ਮੈਂ ਕਿਉਂਕਿ ਟਾਈਮ ਥੋੜਾ ਉਹਨਾਂ ਇੱਕੋ ਹੀ ਸੁਣਾ ਦਿੰਦਾ ਕਿ ਜੀਸਸ ਕ੍ਰਾਈਸਟ ਨੂੰ ਇੱਕ ਅੰਨਾ ਆਦਮੀ ਮਿਲਿਆ, ਉਹਨੂੰ ਪਤਾ ਸੀ ਵੀ ਜੀਸਸ ਕ੍ਰਾਈਸਟ ਕੌਣ ਹੈ। ਉਹ ਜੀਸਸ ਨੂੰ ਕਹਿੰਦਾ ਤੂੰ ਮੈਨੂੰ ਅੱਖਾਂ ਦੇ ਦੇ। ਉਹ ਕਹਿੰਦਾ ਮੈਂ ਕਿਵੇਂ ਦੇ ਸਕਦਾ, ਤੈਨੂੰ ਪਰਮਾਤਮਾ ਨੇ ਅੰਨਾ ਕੀਤਾ, ਮੇਰੇ ਕੋਲ ਇਹੋ ਜਿਹੀ ਕੀ ਤਾਕਤ ਹੈ। ਕਹਿੰਦਾ ਕੋਈ ਨਹੀਂ, ਤੂੰ ਮੇਰੇ ਸਿਰ ਤੇ ਇੱਕ ਵਾਰੀ ਹੱਥ ਰੱਖ ਦੇ। ਉਹ ਕਹਿੰਦਾ ਤੈਨੂੰ ਯਕੀਨ ਹੈ ਵੀ ਜੇ ਮੈਂ ਹੱਥ ਰੱਖ ਦੂੰ, ਹੱਥ ਰੱਖਣ ਨਾਲ ਕੀ ਨਾ ਤੂੰ ਤੈਨੂੰ ਨਿਗਾਹ ਆ ਜੂਗੀ। ਕਹਿੰਦਾ ਤੂੰ ਰੱਖ ਦੇ, ਮੈਨੂੰ ਪੱਕਾ ਯਕੀਨ ਹੈ। ਉਹਨੇ ਹੱਥ ਰੱਖਿਆ, ਉਹਦੀ ਨਿਗਾਹ ਆ ਗਈ। ਇਹ ਸੀ ਵਿਸ਼ਵਾਸ ਦੀ ਗੱਲ। ਉਹਨੇ ਜਦੋਂ ਦੂਜਿਆਂ ਨੂੰ ਪਤਾ ਲੱਗਿਆ ਕੋਈ ਹੋਰ ਮੇਰੇ ਵਰਗਾ ਚਲਾ ਗਿਆ, ਜੀਸਸ ਨੂੰ ਕਹਿੰਦਾ ਵੀ ਮੈਨੂੰ ਵੀ ਨਹੀਂ ਦਿੰਦਾ, ਮੇਰੇ ਸਿਰ ਤੇ ਹੱਥ ਰੱਖ ਦੇ। ਉਹ ਕਹਿੰਦਾ ਤੈਨੂੰ ਯਕੀਨ ਹੈ ਵੀ ਮੇਰਾ ਤੈਨੂੰ ਜੇ ਮੈਂ ਹੱਥ ਰੱਖਤਾ ਤੈਨੂੰ ਨਿਗਾਹ ਆ ਜੂਗੀ। ਉਹ ਕਹਿੰਦਾ ਯਕੀਨ ਤਾਂ ਮੈਨੂੰ ਪਤਾ ਨਹੀਂ, ਤੂੰ ਫਲਾਣੇ ਦੇ ਹੱਥ ਤੇ ਰੱਖਿਆ ਸੀ, ਉਹ ਮੈਨੂੰ ਕਹਿੰਦਾ ਮੇਰੇ ਸਿਰ ਤੇ ਹੱਥ ਰੱਖਿਆ, ਨਿਗਾਹ ਮੇਰੀ ਆ ਗਈ। ਸੋ ਇਹਦਾ ਮਤਲਬ ਦਾ ਪੂਰਾ ਯਕੀਨ ਨਹੀਂ, ਉਹ ਕਿਸੇ ਦੇ ਵਿਸ਼ਵਾਸ ਦੇ ਉੱਤੇ ਗੱਲ ਕਰਦਾ, ਫਿਰ ਉਹਦੀ ਨਿਗਾਹ ਕਿਵੇਂ ਆਊਗੀ। ਸੋ ਇਸ ਕਰਕੇ ਗੱਲ ਤਾਂ ਇਹੀ ਹੈ ਕਿ ਵਿਸ਼ਵਾਸ ਦੀ ਹੋਣ ਦੀ ਗੱਲ ਹੈ। ਕੋਈ ਸੰਤ ਬੈਠਾ ਸੀਗਾ, ਅੱਖਾਂ ਵਿੱਚ ਹੀ ਮੈਡੀਟੇਸ਼ਨ ਕਰ ਰਿਹਾ ਸੀ, ਕੋਲੇ ਬੱਕਰੀਆਂ ਚੱਲ ਰਹੀਆਂ ਸੀਗੀਆਂ ਤੇ ਨਾਲ 2 ਭੇੜੀਏ ਬੈਠੇ। ਭੇੜੀਏ ਤੁਹਾਨੂੰ ਪਤਾ ਫੜ ਕੇ ਸ਼ੇਰ ਨੂੰ ਵੀ ਖਾ ਜਾਂਦੇ ਨੇ, ਬੰਦੇ ਨੂੰ ਤਾਂ ਛੱਡਣਾ ਕੀ ਆ ਉਹਨਾਂ ਨੂੰ। ਭੇੜੀਏ ਬੈਠੇ ਸੀ, ਕੋਲੋਂ ਦੀ ਇੱਕ ਬੰਦਾ ਨਿਕਲਿਆ ਉੱਠ ਤੇ ਉਹਨੇ ਦੇਖਿਆ ਭੇੜੀਏ ਬੈਠੇ ਨੇ, ਵੀ ਇਹ ਤਾਂ ਅੱਖਾਂ ਵਿੱਚ ਹੀ ਬੈਠੇ ਨੇ, ਤਾਂ ਖਾ ਜੂ। ਉਹਨੇ ਆਵਾਜ਼ ਮਾਰੀ, ਉਹ ਮਹਾਤਮਾ ਜੀ, ਉਹ ਮਹਾਤਮਾ ਜੀ। ਉਹਨੇ ਅੱਖਾਂ ਖੋਲੀਆਂ, ਕਹਿੰਦੇ ਹਾਂਜੀ ਦੱਸੋ। ਕਹਿੰਦਾ ਉਹ ਭੇੜੀਏ ਬੈਠੇ, ਤੈਨੂੰ ਡਰ ਨਹੀਂ ਲੱਗਦਾ। ਕਹਿੰਦਾ ਗੱਲ ਇਹ ਹੈ ਜੀ, ਜਦੋਂ ਮੈਂ ਦੁਨੀਆ ਦੇ ਨਾਲ ਪਿਆਰ ਕਰਦਾ ਸੀ, ਦੁਨੀਆ 'ਚ ਵਿਸ਼ਵਾਸ ਕਰਦਾ ਸੀ ਇਹ ਮੇਰੀ ਮਦਦ ਕਰਨਗੇ, ਉਹਨਾਂ 'ਚ ਮੈਨੂੰ ਭੇੜੀਏ ਤੋਂ ਵੀ ਡਰ ਲੱਗਦਾ ਸੀ। ਕਹਿੰਦਾ ਜਦੋਂ ਦਾ ਮੈਨੂੰ ਰੱਬ ਤੇ ਵਿਸ਼ਵਾਸ ਹੋ ਗਿਆ, ਕਹਿੰਦਾ ਮੈਂ ਤਾਂ ਭੇੜੀਏ ਤੋਂ ਡਰਨਾ ਕੀ ਹੈ, ਮੇਰੀਆਂ ਬੱਕਰੀਆਂ ਵੀ ਨਹੀਂ ਡਰਦੀਆਂ। ਸੋ ਇਹ ਗੱਲ ਹੈ ਵਿਸ਼ਵਾਸ ਦੀ। ਸੋ ਗੱਲ ਸਿਰਫ ਇਹ ਆ, ਜਿੰਨਾ ਚਿਰ ਵਿਸ਼ਵਾਸ ਹੋ ਜਾਂਦਾ, ਜਿਹੜਾ ਬੰਦਾ ਪਰਮਾਤਮਾ 'ਚ ਵਿਸ਼ਵਾਸ ਕਰਦਾ ਨਾ, ਉਹਦਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ। ਸੋ ਅਖੀਰ 'ਚ ਕਿਉਂਕਿ ਟਾਈਮ ਥੋੜਾ ਹੀ ਹੈ, ਅਖੀਰ ਦੇ ਵਿੱਚ ਕੀ ਹੋ, ਜਿਵੇਂ ਕਿ ਸੰਤਾਂ ਦਾ ਹਾਲ ਹੁੰਦਾ ਹੈ, ਜੀਸਸ ਕ੍ਰਾਈਸਟ ਦੇ ਉੱਤੇ ਵੀ ਬੜੇ ਤਰ੍ਹਾਂ ਦੇ ਇਲਜ਼ਾਮ ਲਗਾਏ ਮੌਕੇ ਦੀ ਸਰਕਾਰ ਨੇ, ਤੇ ਉਹਨਾਂ ਨੂੰ ਸੂਲੀ ਦੇ ਉੱਤੇ ਚੜਾਤਾ। ਸੂਲੀ ਤੇ ਕਿਵੇਂ ਚੜਾਇਆ, ਤੇ ਉਹਨੂੰ ਲੱਕੜ ਦੇ ਫੱਟੇ ਦੇ ਉੱਤੇ ਇੱਕ ਚਟਾਨ ਦੇ ਉੱਤੇ ਲੈ ਗਏ, ਉੱਥੇ ਫੱਟੇ ਨੂੰ ਬੰਨਤਾ, ਫੱਟੇ ਤੇ ਬੰਨ ਕੇ ਉਹਦੇ ਕਿੱਲਾਂ ਠੋਕੀਆਂ ਹੱਥਾਂ ਤੇ ਪੈਰਾਂ ਤੇ। ਹਾਲਾਂਕਿ ਕਈ ਲੋਕ ਕਹਿੰਦੇ ਨੇ ਵੀ ਜੀਸਸ ਕ੍ਰਾਈਸਟ ਇੰਨੇ ਤਾਕਤ ਦਾ ਮਾਲਕ ਸੀ, ਉਹ ਬਚ ਨਹੀਂ ਸਕਦਾ ਸੀ। ਨਹੀਂ, ਉਹ ਰੱਬ ਦੇ ਭਾਣਾ 'ਚ ਰਹਿਣਾ ਸਿੱਖਦੇ ਨੇ। ਤਾਂ 5ਵੀਂ ਪਾਤਸ਼ਾਹੀ ਨੂੰ ਵੀ ਕਿਸੇ ਨੇ ਕਿਹਾ ਸੀਗਾ ਵੀ ਤੈਨੂੰ ਕਰਦਾ ਨਹੀਂ, ਉਹ ਕਹਿੰਦੇ ਨਹੀਂ ਤੇਰਾ ਭਾਣਾ ਮਿੱਠਾ ਲੱਗੇ। ਉਹੀ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ। ਮੈਨੂੰ ਅੱਜ ਵੀ ਵਰਡਿੰਗ ਯਾਦ ਆ, ਜਦੋਂ ਅਸੀਂ ਇਹ ਰਿਸਰਚ ਕਰਦੇ ਸੀ, ਅੱਜ ਤੱਕ 1976 ਤੋਂ ਲੈ ਕੇ 24 ਤੇ 45 ਸਾਲ ਪਹਿਲਾਂ ਦੀ ਗੱਲ ਪੜ੍ਹੀ, ਅੱਜ ਵੀ ਯਾਦ ਹੈ। ਜੀਸਸ ਕ੍ਰਾਈਸਟ ਨੇ ਕਿਹਾ ਸੀ ਲਾਸਟ ਲਾਈਨ, ਜਦੋਂ ਉਹਨੂੰ ਸੂਲੀ ਤੇ ਟੰਗਿਆ ਜਾ ਰਿਹਾ ਸੀ, ਓ ਫਾਦਰ forgive them as they know not what they do, ਕਿ ਉਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ ਕਰ ਦਿਓ, ਇਹਨਾਂ ਨੂੰ ਪਤਾ ਹੀ ਨਹੀਂ ਇਹ ਕਰ ਕੀ ਰਹੇ ਨੇ, ਕਿਹਦ ਨੂੰ ਇਹ ਕਿੱਲ ਠੋਕ ਰਹੇ ਨੇ। ਕਿਹਾ ਜਾਂਦਾ ਹੈ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਕਿੱਲ ਠੋਕੇ ਜੋ ਉਹਨਾਂ ਨੇ ਚੈੱਕ ਕੀਤਾ ਵੀ ਇਹ ਮਰ ਗਿਆ, ਤੇ ਉਹਨੂੰ ਕਿਉਂਕਿ ਉਹਨੂੰ ਦਫਨਾਉਣਾ ਸੀਗਾ, ਉੱਥੇ ਇੱਕ ਪਹਾੜ ਦੇ ਨੀਚੇ ਲਿਜਾ ਕੇ ਉਹਨੂੰ ਦਫਨਾ ਦਿੱਤਾ ਗਿਆ। ਤੇ ਬਾਹਰ ਇੱਕ ਬਹੁਤ ਵੱਡਾ ਸਾਰਾ ਪਹਾੜ ਸੀ, ਜਿਹੜਾ ਸੀਗਾ ਚਟਾਨ ਸੀ, ਉਹ ਰੱਖਤੀ ਬਾਹਰ, ਸੰਤਰੀਆਂ ਦੇ ਪਹਿਰੇ ਲਗਾਤੇ, ਕਿਉਂਕਿ ਜੀਸਸ ਕ੍ਰਾਈਸਟ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਮੈਂ 3 ਦਿਨਾਂ ਬਾਅਦ ਫੇਰ ਆ ਜਾਣਾ, ਜਿਉਂਦਾ ਹੋ ਜਾਣਾ। ਇਸ ਕਰਕੇ ਉਹ ਚਾਹੁੰਦੇ ਸੀ ਵੀ ਇਹਨੂੰ ਅੰਦਰ ਰੱਖਿਆ, ਬਾਹਰ ਨਾ ਸਕੇ। ਕਹਿੰਦੇ ਨੇ ਜੋ 3-4 ਦਿਨਾਂ ਬਾਅਦ ਦੇਖਿਆ ਤਾਂ ਉਹ ਜਿਹੜਾ ਬਹੁਤ ਸਾਰਾ ਪਹਾੜ ਮੂਹਰੇ ਰੱਖਿਆ ਵਾ ਸੀ, ਉਹ ਉੱਥੇ ਹੈ ਨਹੀਂ ਸੀਗਾ। ਤੇ ਜਦੋਂ ਪੁਲਿਸ ਵਾਲੇ ਅੰਦਰ ਗਏ ਜਾਂ ਜਿਹੜੇ ਕਰਮਚਾਰੀ ਸੀ, ਸੈਨਾ ਸੀ, ਉਹ ਗਏ, ਉੱਥੇ ਕੁਛ ਨਹੀਂ ਸੀਗਾ। ਸੋ ਇਸ ਕਰਕੇ ਕਹਿੰਦੇ ਕਿ 3 ਦਿਨਾਂ ਤੋਂ ਬਾਅਦ ਜੀਸਸ ਕ੍ਰਾਈਸਟ ਨੇ ਦੁਬਾਰਾ ਜਨਮ ਲੈ ਲਿਆ। ਸੋ ਗੱਲ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਠੰਡੇ ਦਿਲ ਨਾਲ ਸੋਚਣਾ ਚਾਹੀਦਾ ਹੈ ਕਿ ਜਦੋਂ ਸੂਰਜ ਇੱਕ ਹੈ, ਸੂਰਜ ਇੱਕੋ ਹੀ ਹੈ ਨਾ, ਧਰਤੀ ਵੀ ਇੱਕੋ ਹੀ ਹੈ, ਫਿਰ ਅਸੀਂ ਵੀ ਪਰਮਾਤਮਾ ਦੀ ਅੰਸ਼ ਹਾਂ, ਸਾਨੂੰ ਉਸ ਇੱਕ ਪਰਮਾਤਮਾ ਨੇ ਬਣਾਇਆ। ਸੋ ਅਸੀਂ ਰਲ ਮਿਲ ਕੇ ਰਹੀਏ। ਕਿਉਂ ਅਸੀਂ ਕਹਿੰਦੇ ਹਾਂ ਵੀ ਇਹ ਮੁਸਲਮਾਨ ਨੇ, ਇਹ ਹਿੰਦੂ ਨੇ, ਈਸਾਈ ਨੇ, ਮਜ਼੍ਹਬੀ ਨੇ, ਜੱਟ ਨੇ, ਬਾਣੀਏ ਨੇ, ਖੱਤਰੀ ਨੇ, ਇਹ ਉਹ ਨੇ, ਆ ਨੇ। ਜਦੋਂ ਪਰਮਾਤਮਾ ਨੇ ਬਣਾਇਆ ਹੀ ਇਹੀ ਹੈ, ਤੇ ਫਿਰ ਅਸੀਂ ਕਿਉਂ ਧਰਮਾਂ ਦੇ ਵਿੱਚ, ਜਾਤਾਂ ਪਾਤਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਕਿਉਂਕਿ ਸੋਚ ਕੇ ਦੇਖੋ, ਜਦੋਂ ਅਸੀਂ ਜਨਮ ਲੈਂਦੇ ਹਾਂ ਨਾ, ਸਾਡਾ ਖੂਨ ਵੀ ਉਹੀ ਹੈ, ਸਾਡੇ ਹੱਥ ਵੀ ਉਹੀ ਨੇ, ਸਾਡੀਆਂ ਅੱਖਾਂ ਵੀ ਉਹੀ ਨੇ, ਲੱਤਾਂ ਵੀ ਉਹੀ ਨੇ, ਬਾਲ ਵੀ ਉਹੀ ਨੇ, ਸਿਰ ਵੀ ਉਹੀ ਹੈ, ਸਾਡੇ ਅੰਦਰੋਂ ਆਤਮਾ ਵੀ ਉਹੀ ਹੈ। ਜਦੋਂ ਸਾਡੇ ਅੰਦਰ ਚੀਜ਼ ਇੱਕੋ ਹੀ ਹੈ,
ਤੇ ਫਿਰ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਕੌਮਾਂ ਵਿੱਚ ਕਿਉਂ ਵੰਡ ਲੈਂਦੇ ਹਾਂ। ਜੀਸਸ ਕ੍ਰਾਈਸਟ ਨੇ ਤਾਈਓ ਕਿਹਾ ਸੀਗਾ ਕਿ ਲਵ ਇਜ਼ ਗॉड ਐਂਡ ਗॉड ਇਜ਼ ਲਵ। ਪਰਮਾਤਮਾ ਦਾ ਨਾਮ ਪਿਆਰ ਹੈ, ਸੱਚਾ ਪਿਆਰ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਾਂਗੇ, ਸਾਡੀ ਉਹ ਅੱਖ ਖੁੱਲ ਜਾਏਗੀ। ਸਾਨੂੰ ਆਹ ਜਿਹੜਾ ਵੀ ਇਹ ਪਾਕਿਸਤਾਨੀਆਂ ਦਾ ਚੈਨਲ ਹੈ, ਉਹ 1320 ਫਲਾਣੇ ਦਾ ਚੈਨਲ ਹੈ, ਉਹ ਯੁੱਧਵੀਰ ਹਿੰਦੂ ਹੈ, ਉਹ ਫਲਾਣਾ ਸਰਦਾਰ ਹੈ, ਇਹ ਜਿੰਨਾ ਚਿਰ ਸਾਡੀ ਲੈਵਲ ਜਿਹੜਾ ਹੈਗਾ ਉਹ ਬਹੁਤ ਥੋੜ੍ਹਾ ਹੈ। ਜਿਸ ਤਰ੍ਹਾਂ ਬੱਚੇ ਨੂੰ ਪੁੱਛੋ ਕਿ ਮੈਂ ਕਿੱਥੋਂ ਜੰਮਿਆ, ਮੈਂ ਕਿਵੇਂ ਜੰਮਿਆ, ਜਿੰਨੀਆਂ ਮਰਜ਼ੀ ਸਟੋਰੀਆਂ ਬਣਾਓ ਉਹਨੂੰ ਸਮਝ ਨਹੀਂ ਆਉਣੀ। ਜਦੋਂ 18-19 ਸਾਲ ਦਾ ਹੋ ਜਾਂਦਾ, ਉਹਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਆਪੇ ਪਤਾ ਲੱਗਦਾ ਮੈਂ ਕਿਵੇਂ ਜੰਮਿਆ। ਸੋ ਸਾਡਾ ਜਿਹੜਾ ਲੈਵਲ ਹੈ ਨਾ, ਉਹ ਬਹੁਤ ਨੀਵੀਂ ਹੈ। ਇਸੇ ਕਰਕੇ ਅਸੀਂ ਪੰਗਾ ਪਾ ਲੈਣਾ ਵੀ ਸਾਡਾ ਇਹਨੇ ਅਪਮਾਨ ਕਰਤਾ, ਉਹਨੇ ਕਰਤਾ, ਫਟਾਫਟ ਗਰਦਨ ਵੱਢਣ ਦੀ ਕੋਸ਼ਿਸ਼ ਕਰਦੇ ਆ। ਥੋੜੇ ਜਿਹੇ ਨੁਕਸਾਨ ਕੋਈ ਹੁੰਦਾ, ਸਾਡੀਆਂ ਫੀਲਿੰਗਸ ਹੱਟ ਹੁੰਦੀਆਂ, ਅਸੀਂ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਆਪ ਹੀ ਫੈਸਲਾ ਕਰ ਦਿੰਦੇ। ਜੇ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਆਪਣਾ ਦਫੜੀ ਮੱਚੂਗੀ। ਫਿਰ ਜਿਹਦਾ ਜੀ ਕਰੂ ਕਿਸੇ ਦੀ ਵੀ ਸੋਚੂ ਮੇਰੀ ਬੇਇੱਜ਼ਤੀ ਹੋ ਗਈ, ਤਾਂ ਫਿਰ ਮੈਂ ਆਪਣੇ ਆਪ ਹੀ ਫੈਸਲਾ ਕਰ ਲਾਂ। ਕੋਰਟਾਂ ਕਾਹਦੇ ਲਈ ਬਣੀਆਂ ਡੈਮੋਕ੍ਰੇਸੀ ਦੇ ਵਿੱਚ? ਕੋਰਟਾਂ ਆਪ ਹੀ ਫੈਸਲਾ ਕਰਨਗੀਆਂ। ਜੇ ਕੋਰਟਾਂ ਨਹੀਂ ਕਰਦੀਆਂ, ਕੋਈ ਸਿਸਟਮ ਇਸ ਤਰ੍ਹਾਂ ਚੰਗਾ ਬਣਾਓ। ਸੋ 10ਵੀਂ ਪਾਤਸ਼ਾਹੀ ਨੇ ਵੀ ਤਾਈਓ ਕਿਹਾ ਸੀ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਸੋ ਪ੍ਰੇਮ ਦਾ ਮਾਰਗ ਹੈ, ਪਿਆਰ ਦਾ ਮਾਰਗ ਹੈ, ਮਿਲ ਜੁਲ ਕੇ ਰਹਿਣ ਦਾ ਮਾਰਗ ਹੈ, ਗੁੱਸੇ ਨੂੰ ਘਟਾਉਣ ਦਾ ਮਾਰਗ ਹੈ। ਸੋ ਨੈਕਸਟ ਵੀਕ ਆਪਾਂ, ਕਿਉਂਕਿ ਨਵਾਂ ਸਾਲ ਨਿਕਲ ਜੂਗਾ, ਸੋ ਫਿਰ ਆਪਾਂ ਨਵੇਂ ਸਾਲ ਦੀ ਗੱਲ ਕਰਾਂਗੇ। ਨਵੇਂ ਸਾਲ 'ਚ ਸਾਨੂੰ ਕੀ ਕੁਝ ਕਰਨਾ ਚਾਹੀਦਾ, ਕੀ ਜਿਹੜੀਆਂ ਚੰਗੀਆਂ ਗੱਲਾਂ ਸਾਨੂੰ ਅਡਾਪਟ ਕਰਨੀਆਂ ਚਾਹੀਦੀਆਂ, ਕੀ ਮਾੜੀਆਂ ਗੱਲਾਂ ਸਾਨੂੰ ਛੱਡਣੀਆਂ ਚਾਹੀਦੀਆਂ। ਨਵਾਂ ਸਾਲ ਕਦੋਂ ਮਨਾਇਆ ਗਿਆ, ਕਿਵੇਂ ਮਨਾਇਆ ਗਿਆ, 1 ਜਨਵਰੀ ਨਵਾਂ ਸਾਲ ਕਿਉਂ ਮਨਾਇਆ ਗਿਆ, ਪਹਿਲਾਂ ਕਦੋਂ ਹੁੰਦਾ ਸੀਗਾ, ਹਾਂਜੀ। ਤੇ ਫਿਰ ਦਸੰਬਰ ਕਿਹਨੂੰ ਕਹਿੰਦੇ ਨੇ, ਜਨਵਰੀ ਕਿਹਨੂੰ, ਇਹ ਜਿਹੀਆਂ ਥੋੜ੍ਹੀਆਂ ਗੱਲਾਂ, ਪਰ ਬਾਕੀ ਗੱਲਾਂ ਟੀਚਿੰਗ ਦੀਆਂ। ਸੋ ਨੈਕਸਟ ਵੀਕ ਆਪਾਂ ਨਵੇਂ ਸਾਲ ਦੇ ਉੱਤੇ ਗੱਲ ਕਰਾਂਗੇ। ਹੁਣ ਆਪਾਂ, ਕਿਉਂਕਿ 1-2 ਮਿੰਟ ਰਹਿ ਗਏ, ਤੁਸੀਂ ਗਾਣਾ ਸੁਣ ਲਓ। ਤੇ ਜੇ ਕੋਈ ਮੈਂ ਤੁਹਾਨੂੰ ਫੇਰ ਅਖੀਰ ਦੇ ਵਿੱਚ ਇਹ ਤਾਕੀਦ ਕਰਦਾ ਕਿ YouTube ਦੇਖਣ ਲਈ ਤੁਸੀਂ ਮੇਰਾ ਨਾਮ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ। YouTube ਤੇ ਜਾ ਕੇ ਤੁਸੀਂ ਮੇਰੇ ਚੈਨਲ ਦੇਖ ਸਕਦੇ ਹੋ। ਸੋ ਇਸ ਕਰਕੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ। ਜੇ ਤੁਹਾਨੂੰ ਲਾਈਕ ਹੋਵੇ ਤਾਂ ਤੁਸੀਂ ਸਬਸਕ੍ਰਾਈਬ ਕਰ ਦਿਓ। ਇਹ ਲਾਈਵ ਪ੍ਰੋਗਰਾਮ ਹੁੰਦਾ, ਕਈ ਵਾਰੀ ਇੱਕ ਵੱਧ ਘੱਟ ਕਿਹਾ ਜਾਂਦਾ ਹੈ। ਸੋ ਇਸ ਲਈ ਆਈ ਫੀਲ ਸੌਰੀ ਫਾਰ ਦੈਟ। ਤੇ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਹੋ। ਤੇ ਉਦੋਂ ਤੱਕ ਮੈਂ ਤੁਹਾਡੇ ਕੋਲ ਆਗਿਆ ਲੈਂਦਾ। ਨੈਕਸਟ ਵੀਕ ਮਿਲਾਂਗੇ ਜੇ ਪਰਮਾਤਮਾ ਨੇ ਚਾਹਿਆ ਤਾਂ।